ਡਾਕਟਰ ਦਲੀਪ ਕੌਰ ਟਿਵਾਣਾ ਦਾ ਕਹਾਣੀ ਸੰਗ੍ਰਹਿ ਤੇਰਾ ਕਮਰਾ ਮੇਰਾ ਕਮਰਾ ਦੀ ਕਹਾਣੀ ਹੈ। ਵਾਵ ਰੋਲਾ। ਪਿਆਰੀ ਅੰਮ੍ਰਿਤ, ਤੇਰੇ ਇੱਕ ਤੋਂ ਬਾਅਦ ਇੱਕ ਖਤ ਆਉਂਦੇ ਰਹੇ। ਸੋਚਦੀ ਰਹੀ ਜਵਾਬ ਲਿਖਾਂ, ਫਿਰ ਸੋਚਦੀ ਜਵਾਬ ਕੀ ਲਿਖਾਂ। ਤੂੰ ਬਹੁਤ ਕੁਝ ਪੁੱਛਿਆ। ਜੇ ਮੈਂ ਆਖਾਂ ਤੂੰ ਮੇਰੇ ਬਾਰੇ ਫਿਕਰ ਨਾ ਕਰਿਆ ਕਰ ਤਾਂ ਇਹ ਠੀਕ ਨਹੀਂ। ਚੰਗੇ ਬਾਪ ਨੇ ਜਿਹੜਾ ਘਰ ਟੋਲਿਆ ਹੈ ਉੱਥੇ ਕੋਈ ਘਾਟ ਨਹੀਂ। ਬਹੁਤ ਸਾਰੀ ਜ਼ਮੀਨ ਹੈ, ਟਰੈਕਟਰ ਨੇ, ਨੌਕਰ ਨੇ, ਗਰੀਬ ਜਿਹਾ ਪਿੰਡ ਹੈ। ਜ਼ਮੀਨ ਦੱਬੀ ਜਾਣ, ਖੋਈ ਜਾਣ ਦਾ ਕੋਈ ਖਤਰਾ ਨਹੀਂ। ਫਸਲ ਇੰਨੀ ਹੁੰਦੀ ਹੈ ਧਰਨ ਨੂੰ ਥਾਂ ਨਹੀਂ ਰਹਿੰਦੀ। ਲਾਗੀ ਨੌਕਰ ਚਾਕਰ ਇੰਨੇ ਹੈ ਕਿ ਕੋਈ ਕੰਮ ਆਪ ਕਰਨ ਦੀ ਲੋੜ ਨਹੀਂ। ਤੈਨੂੰ ਪਤਾ ਹੀ ਹੈ ਅੰਮ੍ਰਿਤ, ਪੇਕੇ ਦਾਦੀ ਨੇ ਕਦੇ ਵਿਹਲਿਆਂ ਨਹੀਂ ਸੀ ਬੈਠਣ ਦਿੱਤਾ। ਆਖਦੀ ਹੁੰਦੀ ਸੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ, ਪਰ ਇਸ ਘਰ 'ਚ ਤਾਂ ਬਿਨਾਂ ਹੀ ਕੰਮ ਕਰਨ ਤੋਂ ਬੰਦੇ ਕਰਮਾਂ ਵਾਲੇ ਨੇ। ਇਹ ਆਮ ਰੱਬ ਦੇ ਬੰਦੇ ਬੜੇ ਚੰਗੇ ਨੇ, ਕੁਝ ਕਰੀ ਜਾਵਾਂ ਕੁਝ ਨਾ ਕਰੀ ਜਾਵਾਂ ਕੋਈ ਪਰਵਾਹ ਨਹੀਂ। ਪਰ ਨਹੀਂ, ਇਉਂ ਤੂੰ ਸਾਰੀਆਂ ਗੱਲਾਂ ਸ਼ਾਇਦ ਸਮਝ ਨਾ ਸਕੇ। ਮੈਂ ਤੈਨੂੰ ਦੱਸਦੀ ਹਾਂ ਕੱਲ ਦਾ ਦਿਨ ਕਿਵੇਂ ਲੰਘਿਆ। ਉਸੇ ਤਰ੍ਹਾਂ ਸਾਰੇ ਦਿਨ ਲੰਘਦੇ ਨੇ, ਫਿਰ ਤੂੰ ਸਭ ਕੁਝ ਜਾਣ ਜਾਏਂਗੀ। ਇਹ ਵੀ ਜਾਣ ਜਾਏਂਗੀ ਕਿ ਇਸ ਘਰ 'ਚ ਮੈਨੂੰ ਕੋਈ ਦੁੱਖ ਨਹੀਂ। ਜੇ ਮੇਰਾ ਰੰਗ ਅੱਗੇ ਨਾਲੋਂ ਪੀਲਾ ਪੈ ਗਿਆ, ਜੇ ਮੇਰੀਆਂ ਅੱਖਾਂ ਦੁਆਲੇ ਹਲਕੇ ਚੱਕਰ ਛਾ ਗਏ ਨੇ, ਜੇ ਮੈਂ ਅੱਗੇ ਨਾਲੋਂ ਘੱਟ ਬੋਲਦੀ ਹਾਂ ਤਾਂ ਇਹਦਾ ਕੋਈ ਖਾਸ ਕਾਰਨ ਨਹੀਂ। ਸੁਣ, ਮੂੰਹ ਨੇਰੇ ਨੌਕਰ ਪੋਲੇ ਜੇ ਬੂਹਾ ਖੜਕਾਉਂਦਾ। ਇਹ ਕਿਤਾਬ ਮੁੱਧੀ ਮਾਰ ਮੇਰੇ ਸਿਰ ਤੇ ਹੱਥ ਫੇਰ ਕੇ ਆਖਦੇ, ਉੱਠੋ ਦੇਵੀ ਚਾਹ ਪੀਏ। ਬਾਰ ਖੋਲ ਕੇ ਨੌਕਰ ਤੋਂ ਮੈਂ ਚਾਹ ਫੜ ਲੈਂਦੀ ਹਾਂ। ਇੱਕ ਕੱਪ ਉਹਨਾਂ ਨੂੰ ਦੇ ਕੇ ਕੱਪ ਲੈ ਕੇ ਉਹਨਾਂ ਦੇ ਕੋਲ ਹੀ ਬੈਠ ਜਾਂਦੀ ਹਾਂ। ਕਿਤਾਬ ਵੱਲ ਵੇਖਦੀ ਹਾਂ। ਥੋੜ੍ਹੀ ਦੇਰ ਹੀ ਪਹਿਲਾਂ ਜਾਗਿਆ ਸੀ, ਉਹ ਸਫਾਈ ਦਿੰਦੇ ਨੇ। ਮੈਂ ਰਾਤ ਨੂੰ ਵੀ ਅੱਗੇ ਤੋਂ ਲਾਈਟ ਬੁਝਾ ਦਿਆ ਕਰਨੀ ਹੈ। ਇਹ ਕੋਈ ਗੱਲ ਹੋਈ ਰਾਤ ਨੂੰ ਜਦੋਂ ਸੌਵੋ ਕਿਤਾਬ, ਸਵੇਰੇ ਜਦੋਂ ਜਾਗੋ ਕਿਤਾਬ? ਨਹੀਂ, ਸਵੇਰੇ ਸਵੇਰੇ ਗੁੱਸਾ ਨਹੀਂ ਕਰੀਦਾ, ਸਿਹਤ ਖਰਾਬ ਹੋ ਜਾਂਦੀ ਹੈ। ਉਹ ਹੱਸ ਕੇ ਆਖਦੇ ਨੇ। ਜੀ ਕਰਦਾ ਸਾਰੀਆਂ ਕਿਤਾਬਾਂ ਇੱਕ ਦਿਨ ਬੋਰੀ 'ਚ ਪਾ ਕੇ ਨਹਿਰ 'ਚ ਸੁੱਟ ਆਵਾਂ। ਮੈਨੂੰ ਖਾਲੀ ਕੱਪ ਫੜਾ ਕਿਤਾਬ ਚੁੱਕਦਿਆਂ ਆਖਿਆ, ਅੱਛਾ। ਮੈਂ ਮਨ ਮਹਿਸੂਸ ਕੇ ਰਹਿ ਗਈ। ਜਦੋਂ ਵੀ ਮੈਂ ਕੁਝ ਆਖਦੀ ਹਾਂ ਉਹ ਬਿਨਾਂ ਸੁਣੇ ਸਮਝੇ, ਬਿਨਾਂ ਧਿਆਨ ਦਿੱਤਿਆਂ ਆਖ ਦਿੰਦੇ ਨੇ, ਅੱਛਾ। ਮੈਨੂੰ ਪਤਾ ਹੈ ਕਿ ਜੇ ਕਿਸੇ ਦਿਨ ਮੈਂ ਇਹਨਾਂ ਨੂੰ ਇਹ ਵੀ ਆਖਾਂ ਕਿ ਘਰ ਨੂੰ ਅੱਗ ਲੱਗ ਗਈ ਹੈ ਤੇ ਸਾਰਾ ਘਰ ਜਲ ਰਿਹਾ, ਤਾਂ ਵੀ ਇਹ ਕਿਤਾਬ ਪੜ੍ਹਦੇ ਰਹਿਣਗੇ, ਆਖਣਗੇ ਅੱਛਾ। ਮੈਂ ਗੁੱਸੇ ਨਾਲ ਕਿਤਾਬ ਉੱਤੇ ਹੱਥ ਰੱਖ ਦਿੱਤਾ। ਕਿਤਾਬ ਵੱਲੋਂ ਨਜ਼ਰਾਂ ਹਟਾ ਕੇ ਚੁੱਪਚਾਪ ਮੇਰੇ ਵੱਲ ਵੇਖਦੇ ਰਹੇ। ਪਤਾ ਨਹੀਂ ਮੇਰੀ ਸ਼ਕਲ ਤੋਂ ਕੀ ਪੜ੍ਹ ਰਹੇ ਸੀ। ਮੈਂ ਘਬਰਾ ਕੇ ਕਿਤਾਬ ਉੱਤੋਂ ਹੱਥ ਚੁੱਕ ਲਿਆ। ਹੱਸ ਪਏ। ਸੁਣੋ, ਮੈਂ ਆਖਿਆ। ਦੱਸੋ। ਨਹੀਂ, ਕਿਤਾਬ ਛੱਡ ਕੇ ਸੁਣੋ। ਹਾਂ ਦੱਸੋ, ਉਹਨਾਂ ਨੇ ਨਜ਼ਰਾਂ ਕਿਤਾਬ ਤੋਂ ਚੁੱਕ ਕੇ ਕਿਹਾ। ਕੀ ਇਹ ਨਹੀਂ ਹੋ ਸਕਦਾ ਕਿ ਇੱਕ ਦਿਨ ਸਾਰਾ ਦਿਨ ਤੁਸੀਂ ਕੋਈ ਕਿਤਾਬ ਨਾ ਪੜ੍ਹੋ? ਤੂੰ ਆਖੇਂਗੀ ਤਾਂ ਨਹੀਂ ਪੜਾਂਗਾ, ਪਰ ਸਾਰਾ ਦਿਨ ਕਰਾਂਗਾ ਕੀ? ਸਾਰੇ ਲੋਕ ਕੀ ਕਰਦੇ ਨੇ? ਸਾਰੇ ਲੋਕ ਜੋ ਕਰਦੇ ਨੇ ਮੇਰੇ ਲਈ ਉਹੀ ਜ਼ਰੂਰੀ ਹੈ। ਮੈਂ ਉਹਨਾਂ ਦੇ ਇਸ ਸਵਾਲ 'ਚ ਉਲਝ ਜਿਹੀ ਜਾਂਦੀ ਹਾਂ। ਇੱਕ ਦਿਨ ਪਹਿਲਾਂ ਉਹ ਮੈਨੂੰ ਆਖਦੇ ਸੀ, ਇਹ ਸਾਰੇ ਲੋਕ ਕਰਦੇ ਕੀ ਫਿਰਦੇ ਨੇ? ਇਹਨਾਂ ਨੂੰ ਭਾਜੜ ਜੀ ਕੀ ਪਈ ਹੋਈ ਹੈ? ਅੱਜ ਆਪਾਂ ਗੁਰਦੁਆਰੇ ਚੱਲਾਂਗੇ। ਮੈਂ ਜ਼ਰਾ ਕੁ ਰੋਬ ਨਾਲ ਆਖਦੀ ਹਾਂ। ਮੇਰੇ ਵੱਲ ਵੇਖ ਕੇ ਉਹ ਹੱਸ ਪੈਂਦੇ ਨੇ। ਮੈਂ ਗੰਭੀਰ ਰੂਪ ਬਣਾਈ ਰੱਖਦੀ ਹਾਂ। ਕੀ ਮੰਗਣ ਜਾਣਾ ਰੱਬ ਤੋਂ? ਪੁੱਛਦੇ ਨੇ। ਮੰਗਣ ਨਹੀਂ, ਉਹਦਾ ਧੰਨਵਾਦ ਕਰਨ ਜਾਣਾ ਹੈ। ਉਹਨੇ ਮੈਨੂੰ ਦੇਵਤਿਆਂ ਵਰਗਾ ਪਤੀ ਦਿੱਤਾ ਹੈ, ਤਾਂ ਧੰਨਵਾਦ ਕਰਨ ਕਿ ਉਲਾਂਭਾ ਦੇਣ? ਉਲਾਂਭਾ ਕਿਸ ਗੱਲ ਦਾ? ਦੇਵਤੇ ਅਸਮਾਨੀ ਰਹਿੰਦੇ ਨੇ। ਇਸ ਧਰਤੀ ਦੇ ਦੁੱਖਾਂ ਸੁੱਖਾਂ ਨਾਲ ਉਹਨਾਂ ਨੂੰ ਕੋਈ ਵਾਸਤਾ ਨਹੀਂ ਹੁੰਦਾ। ਪਰ ਧੰਨਵਾਦ ਕਰਨ ਵੀ ਜੇ ਜਾਣਾ ਹੈ ਤਾਂ ਮੈਨੂੰ ਕਿਸ ਲਈ ਨਾਲ ਲੈ ਕੇ ਜਾਣਾ ਹੈ? ਤੁਸੀਂ ਨਹੀਂ ਧੰਨਵਾਦ ਕਰਨਾ ਕਿ ਤੁਹਾਨੂੰ ਜਿਹੀ ਪਤਨੀ ਮਿਲੀ ਹੈ। ਮੈਂ ਮਜ਼ਾਕ ਨਾਲ ਕਿਹਾ। ਮੈਂ ਧੰਨਵਾਦ ਪਤਨੀ ਦਾ ਹੀ ਕਰਨਾ ਚਾਹਾਂਗਾ। ਕਦੇ ਕਦੇ ਤਾਂ ਮੈਂ ਸੱਚਮੁੱਚ ਹੀ ਸੋਚਦਾ, ਤੇਰੀ ਥਾਂ ਕੋਈ ਹੋਰ ਔਰਤ ਹੁੰਦੀ ਤਾਂ ਮੇਰਾ ਕੀ ਬਣਦਾ? ਤੁਸੀਂ ਤੇ ਕਿਤਾਬਾਂ ਪੜ੍ਹਦੇ ਹੀ ਰਹਿਣਾ ਸੀ, ਕੀ ਫਰਕ ਪੈਣਾ ਸੀ ਪਤਨੀ ਕੋਈ ਵੀ ਹੁੰਦੀ? ਨਹੀਂ, ਇਉਂ ਨਾ ਆਖਦੇ ਦੇਵੀ, ਤੂੰ ਨਹੀਂ ਜਾਣਦੀ ਆਖਦੇ ਉਹ ਕਿਧਰੇ ਖੋ ਜੇ ਗਏ। ਮੈਨੂੰ ਪਤਾ ਸੀ ਉਹ ਕੀ ਸੋਚ ਰਹੇ ਹੈ। ਉਹ ਦਿਨ ਦਾ ਛਿਪਾ ਇੱਕ ਬਿਰਧ ਖੁੰਡੇ ਦੇ ਸਹਾਰੇ ਤੁਰਦਾ ਬੈਠਕ 'ਚ ਆਉਂਦਾ ਹੈ। ਕਹਿੰਦਾ, ਤੁਸੀਂ ਨਾ ਕਰਨਾ। ਲੜਕੀ ਦੇ ਮਾਂ ਨਹੀਂ, ਪਿਓ ਨਹੀਂ। ਮੇਰੇ ਦਮ ਦਾ ਵੀ ਕੀ ਭਰੋਸਾ ਹੈ? ਉਹਨਾਂ ਨੇ ਬਿਰਧ ਵੱਲ ਧਿਆਨ ਨਾਲ ਦੇਖਿਆ, ਆਖ ਦਿੱਤਾ, ਠੀਕ ਹੈ। ਅੱਖਾਂ ਪੂੰਝਦਾ ਬਿਰਧ ਆਖਦਾ ਹੈ, ਲੜਕੀ ਵੇਖਣ ਕਦ ਆਓਗੇ? ਕਹਿ ਦਿੱਤਾ, ਵੇਖਣਾ ਕੀ ਹੈ, ਠੀਕ ਹੈ। ਜਿਉਂਦਾ ਰਹਿ ਸ਼ੇਰਾ, ਆਖੋ। ਬਿਰਧ ਕੰਬਦੇ ਹੱਥਾਂ ਨਾਲ ਮੋਢਾ ਥਾਪੜਦਾ, ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਬਾਹਰ ਜਾ ਕੇ ਤਖਤ ਤੇ ਉਹਲੇ ਖੜੀ ਇਹਨਾਂ ਦੀ ਮਾਂ ਨੂੰ ਖਬਰ ਸੁਣਾਉਂਦਾ ਤਾਂ ਉਹ ਧਰਤੀ ਨਮਸਕਾਰਦੀ ਹੈ। ਇਹ ਤਾਂ ਮੰਨਦਾ ਹੀ ਨਹੀਂ ਸੀ ਕਿਤੇ। ਕਹਿੰਦਾ ਸੀ, ਮੈਂ ਨਹੀਂ ਵਿਆਹ ਕਰਾਉਣਾ। ਸ਼ੁਕਰ ਹੈ। ਮੇਰੇ ਉੱਤੇ ਤਰਸ ਕਰਕੇ ਵਿਆਹ ਤਾਂ ਕਰਵਾ ਲਿਆ ਸੀ, ਹੁਣ ਮੇਰੇ ਤੇ ਤਰਸ ਕਰਕੇ ਆਪਣੇ ਆਪ ਦਾ ਖਿਆਲ ਵੀ ਰੱਖੋ। ਮੈਂ ਬਾਂਹ ਹਲੂਣ ਕੇ ਆਖਦੀ ਹਾਂ। ਇਉਂ ਨਾ ਆਖ, ਤਰਸ ਨਹੀਂ ਸੀ ਕੀਤਾ। ਸੋਚਿਆ ਸੀ ਮੇਰੀ ਜ਼ਿੰਦਗੀ ਤਾਂ ਫਾਲਤੂ ਹੀ ਹੈ, ਤੇਰੀ ਸ਼ਾਇਦ ਕੁਝ ਸੌਰ ਜਾਵੇ।
ਆਪਾਂ ਅੱਜ ਜਗਮੋਹਨ ਹੋਰਾਂ ਵੱਲ ਚੱਲਾਂਗੇ। ਮੈਂ ਗੱਲ ਬਦਲਣ ਲਈ ਕਿਹਾ। ਕੰਮ ਹੈ ਕੋਈ? ਨਹੀਂ, ਉਂਝ ਹੀ ਚੱਲਾਂਗੇ। ਠੀਕ ਹੈ, ਸਾਰਾ ਕੁਝ ਉਂਝ ਹੀ ਤਾਂ ਕਰੀਦਾ। ਉਂਝ ਹੀ ਜੰਮ ਪੈਂਦੇ ਆ, ਉਂਝ ਹੀ ਜਿਉਂ ਹੀ ਜਾਂਦੇ ਆ, ਉਂਝ ਹੀ, ਤੇ ਕਿਤਾਬਾਂ ਵੀ ਉਂਝ ਹੀ ਪੜ੍ਹੀ ਜਾਂਦੇ ਆ। ਮੈਂ ਵਿੱਚੋਂ ਟੋਕ ਕੇ ਕਿਹਾ। ਹਾਂ, ਉਂਝ ਹੀ ਪੜ੍ਹੀ ਜਾਂਦੇ ਆ, ਤੇ ਸ਼ਾਇਦ ਆਖਦੇ ਉਹ ਕੁਝ ਖੋਜ ਹੀ ਜਾਂਦੇ ਆ। ਮੈਂ ਉੱਠ ਕੇ ਤੌਲੀਆ ਚੁੱਕ ਕੇ ਨਹਾਉਣ ਚਲੀ ਜਾਂਦੀ ਹਾਂ। ਨਹਾਉਂਦੀ ਮੈਂ ਮਨ ਹੀ ਮਨ 'ਚ ਦੇਖ ਸਕਦੀ ਹਾਂ ਕਿ ਉਹ ਖੂੰਟੀ ਤੋਂ ਲਾ ਕੇ ਕੋਟ ਪਾਉਂਦੇ ਹੈ, ਮੰਜੇ ਹੇਠੋਂ ਜੁੱਤੀ ਕੱਢਦੇ ਹੈ, ਪੱਗ ਸਿਰ ਉੱਤੇ ਰੱਖਦੇ ਹੈ, ਸੈਰ ਨੂੰ ਜਾ ਰਹੇ ਹਨ। ਇਕੱਲੇ ਹੀ ਗੱਲਾਂ ਕਰਦੇ ਉਹ ਸੁੰਨੇ ਜਿਹੇ ਪਾਸੇ ਸੈਰ ਨੂੰ ਜਾਣਗੇ। ਜੀ ਕੀਤਾ ਕਿਧਰੇ ਖੜੋ ਕੇ ਕਿਸੇ ਦਰਖਤ ਨੂੰ ਪੁੱਛਣਗੇ, ਸੁਣਾ ਯਾਰ ਕਿਵੇਂ ਲੰਘਦੀ ਹੈ। ਫਿਰ ਆਪਣੇ ਖੇਤਾਂ ਵੱਲ ਮੁੜਨਗੇ। ਕਹੀ ਲੈ ਕੇ ਕਦੀ ਨੱਕੇ ਛੱਡਣ ਜਾਣਗੇ, ਕਦੇ ਸੀਰੀ ਨੂੰ ਉਤਾਰ ਆਪ ਟਰੈਕਟਰ ਚਲਾਉਣ ਬੈਠ ਜਾਣਗੇ। ਸੀਰੀ ਬਥੇਰਾ ਆਖਣਗੇ, ਤੁਸੀਂ ਜੀ ਰਹਿਣ ਦਿਓ। ਕਦੇ ਇਹ ਨਾਲ ਗੁੱਡਣ ਲੱਗ ਜਾਣਗੇ। ਹੋਰ ਗੱਲ ਹੈ, ਇਹਨਾਂ ਦੇ ਸਾਹਮਣੇ ਬੇਸ਼ੱਕ ਖੇਤ ਵਿੱਚ ਉੱਪਰੇ ਡੰਗਰ ਆ ਵੜਨ, ਨਾ ਪਸ਼ੂ ਮੁੜਨਗੇ, ਨਾ ਹੀ ਪਾਲੀ ਨੂੰ ਕੁਝ ਆਖਣਗੇ। ਦੱਸਦੇ ਨੇ ਇੱਕ ਦਿਨ 4-5 ਹੱਥ ਦਾ ਕਾਲਾ ਨਾਗ ਸਰ ਕਰਦਾ ਇਹਨਾਂ ਦੇ ਕੋਲ ਦੀ ਤੁਰਿਆ ਜਾਵੇ। ਇਹ ਆਰਾਮ ਨਾਲ ਬੈਠੇ ਉਸ ਵੱਲ ਝਾਕੀ ਜਾਣ। ਸੀਰੀ ਦੀ ਕਿਤੇ ਨਿਗਾਹ ਪੈ ਗਈ। ਉਹ ਸਾਹ ਰੋਕੀ ਖੜਾ ਰਿਹਾ ਤੇ ਮਨ ਹੀ ਮਨ ਰੱਬ ਨੂੰ ਚਿਤਾਰਦਾ ਰਿਹਾ। ਉਹਨੇ ਘਰ ਆ ਕੇ ਅੰਮਾ ਨੂੰ ਵੀ ਦੱਸਿਆ। ਉਹ ਉਸੇ ਦਿਨ ਸਵਾ ਸਿਰ ਗੁੱਗੇ ਦੀ ਕਢਾਈ ਕਰਵਾ ਕੇ ਆਈ। ਨਹਾ ਧੋ ਕੇ ਮੈਂ ਚਾਦਰ ਕੱਢਣ ਬੈਠ ਗਈ। ਅੰਮਾ ਜੀ ਬੋਲੇ, ਕੁੜੇ ਬਹੂ, ਹਾਂ ਤੂੰ ਲੀੜੇ ਕਿਹੋ ਜਿਹੇ ਪਾਏ? ਕੋਈ ਚੱਜਦੇ ਨਹੀਂ ਪਾਏ ਜਾਂਦੇ? ਨਾਲੇ ਟੂਮਾਂ ਕਿਉਂ ਸੁੱਖ ਨਾਲ ਲਾਤੀਆਂ? ਇਉਂ ਬਸ਼ਗਨਾ ਨਹੀਂ ਕਰੀਦਾ। ਮੇਰਾ ਤਾਂ ਇੱਕ ਪੁੱਤ ਹੈ, ਉਸੇ ਨਾਲ ਜਹਾਨ ਵਸਦਾ। ਧੀ ਪੁੱਤ ਡਲਕ ਡਲਕ ਕਰਦੇ ਨੇ, ਨਾ ਫਿਰ ਇਹ ਮਾਪੇ ਦਾ ਚਿੱਤ ਰਾਜੀ ਹੋ। ਸੁੱਖ ਨਾਲ ਆਪਣੇ ਕਾਹਦਾ ਘਾਟਾ ਹੈ? ਉੱਠ ਕੋਈ ਗੂੜੇ ਜਿਹੇ ਕੱਪੜੇ ਪਾ ਲੈ। ਮੈਂ ਅੰਦਰ ਜਾ ਕੇ ਗੁਲਾਬੀ ਸੂਟ ਪਾ ਲੈਂਦੀ ਹਾਂ, ਭਾਵੇਂ ਮੈਨੂੰ ਪਤਾ ਹੈ ਇਹ ਵੇਖ ਕੇ ਆਖਣਗੇ, ਇਹ ਤੂੰ ਕੀ ਵੀਰ ਵਹੁਟੀ ਜੀ ਬਣੀ ਫਿਰਦੀ ਹੈ। ਬਾਹਰ ਆ ਕੇ ਮੈਂ ਆਲੂ ਛਿੱਲਣ ਬੈਠ ਜਾਂਦੀ ਹਾਂ। ਅੰਮਾ ਜੀ ਕਿਸੇ ਦਾ ਮੁੰਡਾ ਮਰ ਗਿਆ, ਉਹਨਾਂ ਦੇ ਘਰ ਬੈਠਣ ਗਈ ਹੈ। ਬਚਨੀ ਸਾਡੇ ਸੀਰੀ ਦੀ ਘਰ ਵਾਲੀ ਘਰ ਸੰਬਰ ਦੀ ਗੱਲਾਂ ਕਰਨ ਲੱਗ ਜਾਂਦੀ ਹੈ। ਬਹੂ ਜੀ 8 ਦਿਨ ਹੋ ਗਏ ਮੁੰਡੇ ਨੂੰ ਤਾਪ ਚੜ੍ਹਦੇ ਆ। 4 ਰੁਪਏ ਹੋਣ ਤਾਂ ਕਿਤੇ ਜਾ ਕੇ ਸ਼ਹਿਰ ਡਾਕਦਾਰ ਕੋਲ ਜਾ ਕੇ ਲੈ ਕੇ ਜਾਵਾਂ। ਸਾਰੀ ਰਾਤ ਮੁੰਡੇ ਦਾ ਪਿੰਡਾ ਭੱਠੰਗ ਤਪਦਾ ਤੇ ਚਮਕ ਰਾਤ ਅੱਖ ਕਿਹੜਾ ਲੱਗਦੀ ਹੈ। ਸੋਚਿਆ ਸੀ ਅੰਮਾ ਜੀ ਨੂੰ ਆਖੂੰਗੀ, ਪਰ ਸੋਚਿਆ ਕਹੂਗੀ ਇਹਦਾ ਤਾਂ ਨਿੱਤ ਦਾ ਹੀ ਕੋਈ ਨਾ ਕੋਈ ਸਵਾਲ ਖੜਾ ਰਹਿੰਦਾ ਹੈ। ਅਜੇ ਪਿਛਲੇ ਮਹੀਨੇ ਬਹੂ ਦੇ ਢਿੱਲੇ ਵੇਲੇ ਵੀ ਰੁਪਈਏ ਲਏ ਸੀ, ਮਾਰ ਲਏ ਨਾ ਕਬੀਲਦਾਰੀਆਂ ਨੇ, ਜਾਣੀ ਬੂ ਕਰਕੇ ਕਿਧਰੇ ਭੱਜ ਜਾਈਏ। ਮੈਂ ਉਹਨੂੰ 4 ਰੁਪਏ ਦੇ ਦਿੰਦੀ ਹਾਂ। ਉਹ ਸਭ ਦੀ ਅੱਖ ਬਚਾ ਕੇ ਚੁੰਨੀ ਦੇ ਲੜ ਬੰਨ੍ਹ ਲੈਂਦੀ ਹੈ ਤੇ ਅੱਖਾਂ ਪੂੰਝਦੀ ਕਾਲੀ ਕਾਲੀ ਕੰਮ ਮੁਕਾਉਣ ਲੱਗ ਜਾਂਦੀ ਹੈ। ਉਹਦੇ ਜਾਣ ਮਗਰੋਂ ਕਿਸ਼ਨੀ ਨੈਣ ਭਾਂਡੇ ਮਾਂਜਦੀ ਆਖਦੀ ਹੈ, ਇਹਨਾਂ ਲਾਗੀਆਂ ਨੂੰ ਬਹੁਤਾ ਨਹੀਂ ਬਹੂ ਸਿਰ ਚੜਾਈ ਦਾ, ਨਿੱਤ ਹੱਥ ਅੱਡਦਿਆਂ ਨੂੰ ਇਹਨਾਂ ਨੂੰ ਤਾਂ ਸ਼ਰਮ ਨਹੀਂ। ਮੁੰਡਾ ਬਿਮਾਰ ਹੈ। ਮੈਂ ਕਿਹਾ, ਨਾ ਜੰਮਦੀ ਇੰਨਾ ਬੇਦ, ਸੰਗ ਸਰਫੇ ਦਾ ਟੱਬਰ ਹੋਵੇ, ਪਲ ਵੀ ਜਾਵੇ। ਦੇਖ ਲੈ ਕਿ 2 ਮਹੀਨੇ ਦੇ ਖੇਸ ਬਣਾਈ ਕੰਨੀਓਂ ਜੁਲਾਹੇ ਦੇ ਪਏ ਨੇ ਤੇ ਉਧਰ ਜਵਾਕ ਠੁਰ ਕਰਦੇ ਨੇ, ਪਰ ਮੰਗਦੀ ਨੂੰ ਇਹੋ ਜਿਹੀ ਨੂੰ ਸ਼ਰਮ ਆਉਂਦੀ ਆ ਬਈ। ਤੂੰ ਲੈ ਜੀ ਬਣਾਈ। ਮੈਂ ਕਿਹਾ, ਜਿਉਂਦੀ ਵਸਦੀ ਰਹੋ, ਰੱਬ ਤੈਨੂੰ ਭਾਗ ਲਾਈ, ਇੱਕ ਬੱਚਾ ਦੇ ਦੇਵੇ, ਜੜ ਹਰੀ ਹੋ ਜਾਏ। ਅੰਮਾ ਜੀ ਨੂੰ ਆਉਂਦੀ ਦੇਖ ਕਿਸ਼ਨੀ ਹੇਠਾਂ ਮੂੰਹ ਕਰਕੇ ਉਹ ਭਾਂਡੇ ਧੋਣ ਲੱਗ ਪਈ, ਜਿਵੇਂ ਮੇਰੇ ਨਾਲ ਗੱਲਾਂ ਹੀ ਨਹੀਂ ਸੀ ਕਰ ਰਹੀ। ਅੰਮਾ ਜੀ ਨੇ ਪਰਾਂ ਹੀ ਖੜੋ ਕੇ ਆਵਾਜ਼ ਮਾਰੀ, ਪਾਣੀ ਮੰਗਵਾਇਆ, ਦੂਜੇ ਕੱਪੜੇ ਮੰਗਵਾਏ। ਨਹਾ ਕੇ ਕੱਪੜੇ ਬਦਲ ਕੇ ਉਹ ਚੁੱਲ੍ਹੇ ਚੌਂਕੇ ਕੋਲ ਆਈ। ਦੁਪਹਿਰ ਦੀ ਰੋਟੀ ਲੈਣ ਆਇਆ ਮੁੰਡਾ ਖੇਤੋਂ ਉਹਨਾਂ ਦੀ ਹਾਜ਼ਰੀ ਮੋੜ ਲਿਆਇਆ। ਆਖਦਾ ਸੀ ਉਹਨਾਂ ਨੇ ਨਹੀਂ ਖਾਧੀ। ਅੰਮਾ ਜੀ ਨੂੰ ਗੁੱਸਾ ਚੜ ਗਿਆ। ਬੋਲੀ, ਲਹੂ ਪੀ ਲਿਆ ਇਸ ਮੁੰਡੇ ਨੇ ਮੇਰਾ, ਭੁੱਖਾ ਭਾਣਾ ਕੰਮ ਲੱਗਿਆ ਹੋਊ, ਜਾਵੇ ਬੁਲਾ ਕੇ ਲਿਆ ਪਹਿਲਾਂ, ਫੇਰ ਲੈ ਕੇ ਜਾਈ ਰੋਟੀ, ਆਖੀ ਮਾਂ ਜੀ ਸੱਦਦੀ ਹੈ। ਮੁੰਡਾ ਮੁੜ ਗਿਆ। ਦੁਪਹਿਰ ਦੀ ਰੋਟੀ ਦਾ ਵੀ ਵੇਲਾ ਲੰਘ ਗਿਆ ਸੀ ਜਦੋਂ ਇਹ ਘਰ ਪਰਤੇ। ਭਰੀ ਪੀਤੀ ਅੰਮਾ ਕੁਛ ਨਾ ਬੋਲੀ, ਰੋਟੀ ਪਾ ਕੇ ਅੰਦਰ ਭੇਜਤੀ। ਤੁਸੀਂ ਸਵੇਰੇ ਹਾਜ਼ਰੀ ਮੋੜਤੀ, ਅੰਮਾ ਜੀ ਗੁੱਸੇ ਹੁੰਦੇ ਸੀ। ਮੈਂ ਕਿਹਾ, ਜੀ ਨਹੀਂ ਸੀ ਕੀਤਾ ਖਾਣ ਨੂੰ, ਜੀ ਤਾਂ ਹੁਣ ਵੀ ਨਹੀਂ ਕਰਦਾ, ਆਖੋ ਨਹਾਉਣ ਲਈ ਚਲੇ ਗਏ। ਕਿੰਨੇ ਚਿਰ ਮਗਰੋਂ ਨਹਾ ਕੇ ਆਏ। ਰੋਟੀ ਖਾ ਲਓ, ਮੈਂ ਤਰਲੇ ਵਾਂਗ ਕਿਹਾ। ਰੋਟੀ ਲਈ ਨਹੀਂ ਇੰਨਾ ਭਾਵੁਕ ਹੋਈਦਾ, ਰੋਟੀ ਆਖਰ ਜਿਉਣ ਲਈ ਖਾਈਦੀ ਹੈ ਨਾ। ਆਖੋ ਨਾ। ਰੋਟੀ ਵਾਲਾ ਥਾਲ ਚੁੱਕ ਕੇ ਪਰੇ ਰੱਖ ਦਿੱਤਾ। ਅੰਮਾ ਜੀ ਨੂੰ ਪਤਾ ਲੱਗਿਆ ਬਹੁਤ ਦੁਖੀ ਹੋਣਗੇ। ਮੈਂ ਕਿਹਾ, ਕੋਈ ਨਾ, ਉਹਨਾਂ ਸਹਿਜ ਸੁਭਾਅ ਆਖਿਆ। ਕਦੇ ਆਪਣੀ ਮਾਂ ਨੂੰ ਵੀ ਦੁਖੀ ਕਰੀਦਾ। ਮਾਂ ਕਿੱਡੀ ਅਜੀਬ ਗੱਲ ਹੈ। ਮੈਨੂੰ ਲੱਗਦਾ ਹੀ ਨਹੀਂ ਵੀ ਉਹ ਮੇਰੀ ਮਾਂ ਹੈ ਜਾਂ ਉਹ ਮੇਰਾ ਘਰ ਹੈ। ਕਿ ਮੈਂ ਵੀ ਤੁਹਾਨੂੰ ਆਪਣੀ ਪਤਨੀ ਨਹੀਂ ਲੱਗਦੀ। ਕਦੇ ਕਦੇ ਸੋਚਦਾ ਜ਼ਰੂਰ ਹਾਂ ਕਿ ਤੂੰ ਕੌਣ ਹੈ, ਇੱਥੇ ਕਿਵੇਂ ਆ ਗਈ, ਤੂੰ ਕੀ ਸੋਚਦੀ ਹੈ, ਕਿਵੇਂ ਜਿਉਂਦੀ ਹੈ, ਕੀ ਸੋਚ ਕੇ ਜਿਉਂਦੀ ਹੈ,
ਕੀ ਇਹ ਸੋਚਣਾ ਜ਼ਰੂਰੀ ਹੈ? ਮੈਂ ਹੱਸ ਕੇ ਪੁੱਛਦੀ ਹਾਂ। ਇੱਕ ਪਲ ਲਈ ਉਹ ਮੇਰੇ ਮੂੰਹ ਵੱਲ ਤੱਕੀ ਜਾਂਦੇ, ਫਿਰ ਆਖਦੇ, ਇਹ ਜੋ ਤੇਰਾ ਹਾਸਾ ਹੈ ਕੀ ਸੱਚਮੁੱਚ ਦਾ ਹਾਸਾ ਹੈ? ਕਮਾਲ ਹੈ ਇਉਂ ਹੱਸ ਸਕਣਾ। ਮੈਂ ਕੁਝ ਦਿਨ ਲਈ ਪੇਕੇ ਜਾਣਾ ਚਾਹਾਂਗੀ। ਉਹਨਾਂ ਨੂੰ ਮੰਜੇ ਤੇ ਪੈਂਦੇ ਕਿਤਾਬ ਚੁੱਕਦਿਆਂ ਵੇਖ ਕੇ ਮੈਂ ਕਿਹਾ, ਅੱਛਾ। ਉਹਨਾਂ ਦਾ ਜਵਾਬ ਸੀ, ਮੈਨੂੰ ਲੱਗਦਾ ਜੇ ਮੈਂ ਆਖਾਂ ਮੈਂ ਮਰ ਜਾਣਾ ਚਾਹੁੰਦੀ ਹਾਂ, ਤੁਸੀਂ ਫੇਰ ਵੀ ਆਖੋਗੇ ਅੱਛਾ। ਉਹ ਕਿੰਨਾ ਚਿਰ ਮੇਰੇ ਵੱਲ ਵੇਖਦੇ ਰਹੇ, ਫਿਰ ਬੋਲੇ, ਇਹ ਖਿਆਲ ਮਾੜਾ ਨਹੀਂ। ਜੇ ਮਰਨਾ ਆਪਾਂ ਦੋਵੇਂ ਇਕੱਠੇ ਮਰ ਜਾਂਦੇ ਹਾਂ। ਤੁਸੀਂ ਕਿਉਂ ਮਰਨਾ? ਮੈਂ ਪੁੱਛਿਆ। ਮੈਂ ਕਿਉਂ ਜੀਣਾ? ਉਹਨਾਂ ਕਿਹਾ, ਛੱਡੋ ਇਹ ਫਜ਼ੂਲ ਗੱਲਾਂ। ਆਖ ਮੈਂ ਰੋਟੀ ਦਾ ਥਾਲ ਰਸੋਈ 'ਚ ਰੱਖਣ ਚਲੀ ਗਈ। ਰੋਟੀ ਵਾਪਸ ਲਈ ਆਉਂਦੀ ਵੇਖ ਅੰਮਾ ਜੀ ਬੋਲੇ, ਚਿੱਤ ਤਾਂ ਰਾਜੀ ਹੈ ਉਹਦਾ, ਤੂੰ ਕਿਹੜਾ ਉਹਦਾ ਖਿਆਲ ਰੱਖਦੀ ਹੈ? ਇਸ ਉਮਰੇ ਖਬਰੇ ਉਹਨੂੰ ਕੀ ਝੋਰਾ ਖਾਈ ਜਾਂਦਾ। ਇਹਦੇ ਪਿਓ ਦੇ ਮਰਨ ਉੱਤੇ ਸੁਗੰਧ ਦਵਾਈ ਸੀ ਵੀ ਸ਼ਰਾਬ ਨਹੀਂ ਪੀਏਗਾ, ਤੇ ਉਹ ਬਹੁਤੀ ਪੀਣ ਨਹੀਂ ਲੈ ਲਿਆ ਸੀ। ਪਰ ਜੇ ਇਹਦਾ ਚਿੱਤ ਕਰਦਾ ਬੇਸ਼ੱਕ ਲੈ ਲਿਆ ਕਰੇ ਭੋਰਾ, 2 ਭੋਰਾ। ਆਖ ਦਿਆ ਕਰ ਕਦੇ ਸ਼ਹਿਰ ਫੇਰ ਆਇਆ ਕਰੇ, ਕੀ ਸਾਰਾ ਦਿਨ ਪੋਥੀਆਂ ਜੀਆਂ ਨਾਲ ਮੱਥਾ ਮਾਰਦਾ ਰਹਿੰਦਾ। ਨਾਲੇ ਬਹੂ ਤੈਨੂੰ ਮੈਂ ਦੱਸਦੀ ਹਾਂ, ਤੂੰ ਉਹਦਾ ਖਿਆਲ ਰੱਖਿਆ ਕਰ। ਪਰ ਅੰਮ੍ਰਿਤ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਉਹਨਾਂ ਦਾ ਖਿਆਲ ਰੱਖਿਆ ਕਰਾਂ। ਕੰਨ ਵਲੇਟ ਕੇ ਮੈਂ ਅੰਦਰ ਗਈ। ਆਥਣੇ ਆਪਾਂ ਸ਼ਹਿਰ ਚੱਲਾਂਗੇ, ਤੁਹਾਡੇ ਕੱਪੜੇ ਲਿਆਉਣੇ ਨੇ। ਉਹਨਾਂ ਨੂੰ ਚੁੱਪ ਕਰਕੇ ਪਏ ਛੱਤ ਵੱਲ ਝਾਕਦਿਆਂ ਨੂੰ ਮੈਂ ਕਿਹਾ, ਕੱਪੜੇ ਤੂੰ ਲੈ ਆਈ? ਕੱਪੜਿਆਂ ਦਾ ਕੀ ਹੁੰਦਾ? ਉਹ ਮੇਰਾ ਹੱਥ ਫੜ ਕੇ ਬੋਲੇ, ਹੋਰ ਹੁੰਦਾ ਕਾਸੇ ਦਾ। ਮੈਂ ਝੁੰਝਲਾ ਕੇ ਆਖਦੀ ਹਾਂ, ਕਾਸੇ ਦਾ ਵੀ ਕੁਛ ਨਹੀਂ ਹੁੰਦਾ, ਸਭ ਕੁਝ ਹੀ ਫਜ਼ੂਲ ਹੈ, ਬਕਵਾਸ ਹੈ। ਉਹ ਦੂਰ ਖਿਲਾ 'ਚ ਝਾਕਦੇ ਬੋਲੇ। ਮੈਂ ਬਹੁਤ ਉਦਾਸ ਹੋ ਜਾਂਦੀ ਹਾਂ। ਕਿੰਨੇ ਚਿਰ ਪਿੱਛੋਂ ਉਹ ਖਿਲਾ 'ਚੋਂ ਪਰਤਦੇ ਨੇ, ਮੇਰੇ ਮੂੰਹ ਵੱਲ ਵੇਖ ਕੇ ਆਖਦੇ ਨੇ, ਆਪਾਂ ਬੰਬਈ ਚੱਲਾਂਗੇ। ਬੰਬਈ ਦਾ ਨਾਂ ਸੁਣ ਕੇ ਕਈ ਐਕਟਰ ਐਕਟਰਸਾਂ ਦੇ ਚਿਹਰੇ ਮੇਰੇ ਜ਼ਿਹਨ 'ਚ ਘੁੰਮ ਗਏ। ਕੀ ਕਰਨ? ਮੈਂ ਪੁੱਛਿਆ। ਸਮੁੰਦਰ ਵੇਖਣ, ਉਹਨਾਂ ਕਿਹਾ। ਮੈਂ ਧਿਆਨ ਨਾਲ ਉਹਨਾਂ ਵੱਲ ਵੇਖਿਆ। ਉਹ ਦੂਰ ਕਿਧਰੇ ਸਮੁੰਦਰ 'ਚ ਗੁੰਮ ਗਏ ਪ੍ਰਤੀਤ ਹੁੰਦੇ ਸੀ। ਸੁਣੋ, ਮੈਂ ਜਿਵੇਂ ਉਹਨਾਂ ਨੂੰ ਹਾਕ ਮਾਰੀ। ਦੱਸ। ਥੋੜਾ ਚਿਰ ਸੌਂ ਜਾਓ। ਅੱਛਾ। ਆਖੋ ਕੰਧ ਵੱਲ ਮੂੰਹ ਕਰਕੇ ਪੈ ਗਏ। ਮੈਂ ਸੋਚਦੀ ਰਹੀ ਸਾਡਾ ਕੀ ਬਣੇਗਾ। ਫਿਰ ਹੌਲੀ ਦੇ ਕੇ ਉੱਠੀ, ਬਾਹਰ ਜਾ ਕੇ ਚਾਦਰ ਕੱਢਣ ਲੱਗ ਪਈ। ਅੱਧਾ ਘੰਟਾ ਵੀ ਨਹੀਂ ਸੀ ਲੰਘਿਆ, ਉਹ ਬਾਹਰ ਆ ਕੇ ਬੋਲੇ, ਕੀ ਕਰ ਰਹੀ ਹੈ? ਚਾਦਰ ਕੱਢਦੀ ਹਾਂ। ਮੈਂ ਕੁਰਸੀ ਉਹਨਾਂ ਵੱਲ ਸਰਕਾ ਕੇ ਕਿਹਾ, ਨਹੀਂ ਤੂੰ ਅੰਦਰ ਹੀ ਆ ਜਾ, ਤੂੰ ਮੇਰੇ ਕੋਲ ਹੀ ਰਿਹਾ ਕਰ, ਕੀ ਕਰਨੀਆਂ ਨੇ ਚਾਦਰਾਂ ਕੱਢ ਕੇ? ਉਹ ਬੋਲੇ। ਮੈਂ ਹੱਸ ਪਈ। ਨਹੀਂ, ਹੱਸਣ ਵਾਲੀ ਗੱਲ ਨਹੀਂ। ਤੂੰ ਜਦੋਂ ਮੇਰੇ ਕੋਲ ਨਹੀਂ ਹੁੰਦੀ ਮੇਰੇ ਜੀ ਨੂੰ ਪਤਾ ਨਹੀਂ ਕੀ ਹੋਣ ਲੱਗ ਪੈਂਦਾ। ਚਲੋ, ਆਖ ਮੈਂ ਉੱਠ ਖੜੀ ਹੋਈ। ਉਹ ਲੇਟ ਗਏ। ਮੈਂ ਸਿਰਹਾਣੇ ਬੈਠੀ ਸੀ। ਇੱਕਾ ਇੱਕ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਹੱਥ ਫੜਿਆਂ ਹੀ ਸੌਂ ਗਏ। ਅੱਧੇ ਕੁ ਘੰਟੇ ਮਗਰੋਂ ਤਰਬ ਕੇ ਉੱਠ ਬੈਠੇ। ਉਪਰੀਆਂ ਨਜ਼ਰਾਂ ਨਾਲ ਝਾਕਦੇ ਬੋਲੇ, ਮੈਨੂੰ ਸੁਪਨਾ ਆ ਰਿਹਾ ਸੀ ਜਿਵੇਂ ਮੈਂ ਆਕਾਸ਼ 'ਚ ਉੱਡ ਰਿਹਾ। ਸਾਰੇ ਪਾਸੇ ਆਕਾਸ਼ ਹੀ ਆਕਾਸ਼ ਹੈ, ਹੋਰ ਕੁਛ ਵੀ ਨਹੀਂ। ਨਾ ਪ੍ਰਿਥਵੀ, ਨਾ ਸਿਤਾਰੇ, ਨਾ ਚੰਦ, ਨਾ ਸੂਰਜ, ਨਾ ਬੰਦੇ, ਨਾ ਘਰ, ਨਾ ਤੂੰ। ਮੈਂ ਡਰ ਗਿਆ ਵੀ ਸਭ ਕਿੱਥੇ ਗਿਆ। ਡਰ ਕੇ ਜਾਗ ਆ ਗਈ। ਪਾਣੀ ਦਾ ਗਲਾਸ ਦੇ। ਮੈਂ ਪਾਣੀ ਲਿਆ ਦਿੱਤਾ। ਇੱਕ ਗਲਾਸ ਹੋਰ ਦੇ। ਇੱਕ ਗਲਾਸ ਹੋਰ ਦਿੱਤਾ। ਆਥਣੇ ਸੀਰੀ ਨੇ ਆ ਕੇ ਦੱਸਿਆ, ਬੀਬੀ ਅਮਰਜੀਤ ਦਾ ਘਰ ਵਾਲਾ ਆਇਆ ਹੈ ਤੇ ਬੈਠਕ 'ਚ ਬੈਠਾ ਹੈ। ਉਹ ਬੀਬੀ ਅਮਰਜੀਤ ਦੇ ਘਰ ਵਾਲੇ ਕੋਲ ਬੈਠਕ 'ਚ ਚਲੇ ਗਏ। ਮੈਨੂੰ ਪਤਾ ਸੀ ਹੁਣ ਬੜੀ ਰਾਤ ਹੀ ਅੰਦਰ ਆਉਣਗੇ। ਬੀਬੀ ਅਮਰਜੀਤ ਦਾ ਘਰ ਵਾਲਾ ਹੀ ਇੱਕ ਬੰਦਾ ਜਿਹਦੇ ਕੋਲ ਉਹ ਇੰਨਾ ਚਿਰ ਬੈਠ ਸਕਦੇ ਹੈ। ਉਹ ਕਮਿਊਨਿਸਟ ਹੈ। ਬੜੀ ਵਾਰੀ ਉਹਨਾਂ ਨਾਲ ਝਗੜ ਪੈਂਦਾ ਹੈ ਵੀ ਤੁਹਾਡੇ ਵਰਗੇ ਜਿਹੇ ਜੱਗ ਤੇ ਆਏ ਜਿਹੇ ਨਾ ਆਏ। ਫਿਰ ਵੀ ਉਹ ਇਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਨੇ। ਵੇਲੇ ਕੁ ਵੇਲੇ ਉਹਦੀ ਮਦਦ ਵੀ ਕਰ ਦਿੰਦੇ ਨੇ ਤੇ ਆਖ ਦਿੰਦੇ ਨੇ, ਠੀਕ ਹੈ ਯਾਰ, ਤੁਹਾਡੇ ਕੋਲ ਜਿਉਣ ਲਈ ਕੋਈ ਗੱਲ ਤਾਂ ਹੈ। ਅੱਜ ਵੀ ਬਹੁਤ ਰਾਤ ਤੱਕ ਉਹ ਗੱਲਾਂ ਕਰਦੇ ਰਹੇ, ਇਹ ਸੋਚ ਕੇ ਕਿ ਨਾ ਜਾਣੇ ਇਸ ਬੰਦੇ ਨਾਲ ਕਿਹੜਾ ਮੇਲ ਆਖਰੀ ਮੇਲ ਹੋਵੇ। ਇਹ ਉਹਦੀ ਬਹੁਤ ਪਰਵਾਹ ਕਰਦੇ ਨੇ। ਰਾਤ ਅੱਧੀ ਤੋਂ ਉੱਪਰ ਟੱਪ ਚੁੱਕੀ ਹੈ ਜਦੋਂ ਇਹ ਅੰਦਰ ਆਏ। ਜਾਗ ਰਹੀ ਹੈ? ਮੈਨੂੰ ਪੁੱਛਿਆ। ਦੱਸੋ, ਮੈਂ ਕਿਹਾ। ਉਂਝ ਤਾਂ ਕੁਛ ਨਹੀਂ, ਆਪਾਂ ਕੋਠੇ ਉੱਤੇ ਨਾ ਚੱਲੀਏ ਠੰਡ 'ਚ? ਮੈਂ ਪੁੱਛਿਆ। ਤਾਰੇ ਵੇਖਾਂਗੇ। ਚੰਗਾ, ਮੈਂ ਕਿਹਾ। ਉੱਪਰ ਜਾ ਕੇ ਇੱਕ ਇੱਟ ਸਿਰਹਾਣੇ ਰੱਖ ਕੇ ਭੁੰਜੇ ਹੀ ਪੈ ਗਏ। ਮੈਂ ਕੋਲ ਬੈਠੀ ਸੀ। ਤਾਰਿਆਂ ਵੱਲ ਵੇਖਦੇ ਉਹਨਾਂ ਮੇਰਾ ਹੱਥ ਘੁੱਟ ਕੇ ਫੜ ਲਿਆ। ਬੋਲੇ, ਮੈਨੂੰ ਛੱਡ ਕੇ ਨਾ ਜਾਈਂ ਕਿਤੇ। ਕੀ ਗੱਲ? ਮੈਂ ਹੈਰਾਨ ਹੋ ਕੇ ਪੁੱਛਿਆ। ਪਤਾ ਨਹੀਂ, ਬਸ ਮੈਨੂੰ ਇੰਨਾ ਪਤਾ ਹੈ, ਮੇਰਾ ਇੱਥੇ ਕੋਈ ਨਹੀਂ ਇਸ ਸੰਸਾਰ 'ਚ। ਆਪਾਂ ਬਹੁਤ ਹੀ ਇਕੱਲੇ ਹਾਂ ਇੱਥੇ। ਉਹਨਾਂ ਨੇ ਅੱਖਾਂ ਬੰਦ ਕਰਕੇ ਕੰਬਦੀ ਆਵਾਜ਼ 'ਚ ਕਿਹਾ। ਸੁਣੋ, ਮੈਂ ਉਹਨਾਂ ਦੇ ਮੱਥੇ ਤੇ ਹੱਥ ਰੱਖ ਕੇ ਕਿਹਾ। ਹਾਂ। ਉਹ ਬੋਲੇ, ਚਲੋ ਹੇਠਾਂ ਚੱਲ ਕੇ ਕੁਝ ਪੜ੍ਹ ਲਓ। ਮੈਂ ਕਿਹਾ। ਚੰਗਾ। ਆਖੋ ਮੇਰੇ ਨਾਲ ਹੇਠਾਂ ਆ ਗਏ। ਬਿਸਤਰੇ ਉੱਤੇ ਪੈ ਕੇ ਕਿਤਾਬ ਚੁੱਕ ਲਈ। ਮੈਂ ਕੋਲ ਹੀ ਅੱਖਾਂ ਬੰਦ ਕਰਕੇ ਪਈ, ਨਾ ਜਾਣੇ ਕੀ ਸੋਚ ਰਹੀ ਸੀ। ਸੁਣ ਮੇਰੀ ਦੇਵੀ, ਸੌਣ ਤੋਂ ਪਹਿਲਾਂ ਨੀਂਦ ਵਾਲੀਆਂ ਗੋਲੀਆਂ ਦੀ ਸ਼ੀਸ਼ੀ ਮੇਰੇ ਕੋਲ ਰੱਖ ਦੇ।
ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ। ਮੈਂ ਉੱਠ ਕੇ ਸ਼ੀਸ਼ੀ ਲਿਆ ਦਿੱਤੀ। ਬਹੁਤ ਦੇਰ ਤੱਕ ਮੈਨੂੰ ਨੀਂਦ ਨਹੀਂ ਆਈ ਤੇ ਫਿਰ ਪਤਾ ਨਹੀਂ ਕਦੋਂ ਮੈਂ ਸੌਂ ਗਈ। ਉਹ ਸ਼ਾਇਦ ਸਾਰੀ ਰਾਤ ਪੜ੍ਹਦੇ ਰਹੇ, ਗੋਲੀ ਖਾ ਵੀ ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਆਈ। ਇਉਂ ਦੂਜਾ ਦਿਨ ਚੜ੍ਹ ਪਿਆ, ਇਉਂ ਹੀ ਤੀਜਾ ਦਿਨ ਚੜ੍ਹ ਜਾਂਦਾ, ਫਿਰ ਚੌਥਾ, ਫਿਰ ਪੰਜਵਾਂ, ਫਿਰ ਛੇਵਾਂ। ਇਸ ਲਈ ਮੈਂ ਤੈਨੂੰ ਆਖਣਾ ਚਾਹੁੰਦੀ ਹਾਂ ਪਿਆਰੀ ਅੰਮ੍ਰਿਤ, ਤੂੰ ਮੇਰੇ ਬਾਰੇ ਫਿਕਰ ਨਾ ਕਰ। ਫਿਕਰ ਕਰਨ ਵਾਲੀ ਕੋਈ ਗੱਲ ਹੀ ਨਹੀਂ। ਚੰਗੇ ਬਾਪ ਨੇ ਜਿਹੜਾ ਘਰ ਟੋਲਿਆ ਉੱਥੇ ਕੋਈ ਘਾਟ ਨਹੀਂ। ਬਹੁਤ ਸਾਰੀ ਜ਼ਮੀਨ ਹੈ, ਟਰੈਕਟਰ ਨੇ, ਸੀਰੀ ਨੇ, ਨੌਕਰ ਨੇ। ਫਸਲ ਇੰਨੀ ਹੁੰਦੀ ਹੈ ਵੀ ਧਰਨ ਨੂੰ ਥਾਂ ਨਹੀਂ ਰਹਿੰਦੀ। ਇਹ ਆਪ ਰੱਬ ਦੇ ਬੰਦੇ ਬੜੇ ਚੰਗੇ ਨੇ। ਕੁਝ ਕਰੀ ਜਾਵਾਂ, ਕੁਝ ਨਾ ਕਰੀ ਜਾਵਾਂ, ਕਦੇ ਕੁਝ ਨਹੀਂ ਆਖਦੇ। ਫੇਰ ਵੀ ਜੇ ਮੇਰਾ ਰੰਗ ਪੀਲਾ ਪੈ ਗਿਆ, ਜੇ ਮੇਰੀਆਂ ਅੱਖਾਂ ਦੁਆਲੇ ਹਲਕੇ ਕਾਲੇ ਚੱਕਰ ਛਾ ਗਏ ਨੇ, ਜੇ ਮੈਂ ਅੱਗੇ ਨਾਲੋਂ ਘੱਟ ਬੋਲਦੀ ਹਾਂ ਤਾਂ ਇਹਦਾ ਕੋਈ ਖਾਸ ਕਾਰਨ ਨਹੀਂ। ਸਨੇਹ ਸਹਿਤ, ਤੇਰੀ ਸੁਖਜੀਤ। ਧੰਨਵਾਦ। ਅਗਲੀ ਕਹਾਣੀ ਹੈ ਕੁਸਮੁੱਸਾ। ਇਹ ਗਲਾਸ 'ਚ ਕਦੋਂ ਤਰੇੜ ਆ ਗਈ? ਅਮਰ ਨੂੰ ਦਵਾਈ ਦਿੰਦਿਆਂ ਕਮਲ ਨੇ ਸੋਚਿਆ। ਰੱਖ ਦਿਓ, ਅਜੇ ਨਹੀਂ ਜੀ ਕਰਦਾ, ਅਮਰ ਬੋਲਿਆ। ਫਿਰ ਇੱਥੇ ਪਈ ਰਹਿਣ ਜਾਣੀ ਏ, ਉਠੋ ਪੀ ਲਓ। ਡਾਕਟਰ ਸ਼ਰਮਾ ਵੱਲ ਜਾ ਰਹੇ ਹੋ? ਫਿਰ ਪਾਰਟੀ ਉੱਤੇ? ਉਂਝ ਤਾਂ ਭਾਵੇਂ ਮੈਂ ਨਾ ਜਾਂਦੀ, ਪਰ ਡਾਕਟਰ ਸ਼ਰਮਾ ਬੜੇ ਨਾਰਾਜ਼ ਹੋਣਗੇ। ਆਖਦੇ ਸੀ ਇੰਟਰਵਿਊ ਵਾਲੇ ਦਿਨ ਸਵੇਰੇ ਸਵੇਰੇ ਜਿਹੜੀ ਤੁਸੀਂ ਸੇਆਂ ਦੀ ਪਲੇਟ ਭੇਜੀ ਸੀ, ਉਹਨੂੰ ਦੇਖ ਕੇ ਹੀ ਮੈਨੂੰ ਯਕੀਨ ਹੋ ਗਿਆ ਸੀ ਕਿ ਮੈਂ ਜ਼ਰੂਰ ਸਿਲੈਕਟ ਹੋ ਜਾਵਾਂਗਾ। ਜੇ ਬਾਕੀ ਦੇ ਮਹਿਮਾਨ ਜਲਦੀ ਚਲੇ ਗਏ ਤਾਂ ਮੈਂ ਡਾਕਟਰ ਸ਼ਰਮਾ ਨੂੰ ਨਾਲ ਹੀ ਲੈ ਆਵਾਂਗੀ, ਤੁਹਾਨੂੰ ਦੇਖ ਵੀ ਜਾਏਗਾ। ਅਮਰ ਕੁਝ ਨਹੀਂ ਬੋਲਿਆ, ਚੁੱਪਚਾਪ ਛੱਤ ਵੱਲ ਵੇਖਦਾ ਰਿਹਾ। ਤੁਸੀਂ ਨਾਰਾਜ਼ ਤਾਂ ਨਹੀਂ? ਮੈਂ ਛੇਤੀ ਆ ਜਾਵਾਂਗੀ। ਦੇਖੋ ਦਵਾਈ ਇੱਥੇ ਹੀ ਨਾ ਪਈ ਰਹੇ। ਆਖਦਿਆਂ ਕਮਲ ਨੇ ਅਮਰ ਦੇ ਮੱਥੇ ਤੇ ਹੱਥ ਧਰਿਆ। ਅਮਰ ਨੇ ਅੱਖਾਂ ਮੀਟ ਲਈਆਂ, ਬੋਲਿਆ ਫਿਰ ਵੀ ਕੁਝ ਨਹੀਂ। ਕੁਝ ਸੋਚਦੀ ਕਮਲ ਉੱਠੀ ਤੇ ਡਰੈਸਿੰਗ ਟੇਬਲ ਦੇ ਅੱਗੇ ਜਾ ਕੇ ਤਿਆਰ ਹੋਣ ਲੱਗ ਪਈ। ਵਾਲ ਵਾਹ ਕੇ ਜੂੜਾ ਕੀਤਾ, ਅੱਗੋਂ ਜ਼ਰਾ ਕੁ ਬਖੇਰ ਲਏ, ਹਲਕੀ ਜੀ ਕਰੀਮ ਉੱਤੇ ਪਾਊਡਰ ਲਾਇਆ, ਫਿਰ ਸਾੜੀ ਨਾਲ ਮੈਚ ਕਰਦੀ ਲਿਪਸਟਿਕ ਲੱਭਣ ਲੱਗੀ। ਲਿਪਸਟਿਕ ਲਗਾ ਕੇ ਰੁਮਾਨ ਨਾਲ ਬੁੱਲਾਂ ਤੇ ਕੋਇਆਂ ਤੋਂ ਜ਼ਰਾ ਸਾਫ਼ ਕੀਤੀ। ਭੌਂ ਕੇ ਦੇਖਿਆ, ਅਮਰ ਉਸੇ ਵੱਲ ਦੇਖ ਰਿਹਾ ਸੀ। ਕੀ ਦੇਖ ਰਹੇ ਹੋ ਏਡੇ ਧਿਆਨ ਨਾਲ? ਕਮਲ ਨੇ ਆਪਣੇ ਨਹੁੰ ਸਾਫ਼ ਕਰਦੀ ਨੇ ਪੁੱਛਿਆ। ਕੁਛ ਨਹੀਂ, ਅਮਰ ਬੋਲਿਆ। ਸੁਣੋ, ਇੱਕ ਕੱਪ ਚਾਹ ਮੰਗਵਾ ਦਿਆਂ ਮੁੰਨੀ ਤੋਂ? ਨਹੀਂ, ਦੇਖੋ ਮੇਰੇ ਪਿੱਛੋਂ ਪੜਨ ਨਾ ਲੱਗ ਪੈਣਾ। ਮੈਂ ਛੇਤੀ ਆ ਜਾਵਾਂਗੀ, ਤੁਸੀਂ ਦਵਾਈ ਜ਼ਰੂਰ ਪੀ ਲੈਣੀ। ਅਮਰ ਕੁਛ ਨਹੀਂ ਬੋਲਿਆ। ਕਮਲ ਚਲੀ ਗਈ। ਉਹਦੀ ਉੱਚੀ ਅੱਡੀ ਦੀ ਚੱਪਲ ਦੀ ਆਵਾਜ਼ ਪੌੜੀਆਂ ਉਤਰਦੀ, ਗੇਟ ਲੰਘਦੀ, ਸੜਕ ਤੱਕ ਜਾਂਦੀ ਅਮਰ ਨੂੰ ਸੁਣਦੀ ਰਹੀ। ਅਮਰ ਚੁੱਪਚਾਪ ਪਿਆ ਛੱਤ ਵੱਲ ਦੇਖਦਾ ਰਿਹਾ। ਫਿਰ ਹੌਲੀ ਹੌਲੀ ਨਜ਼ਰਾਂ ਘੁਮਾ ਕੇ ਨਾਲ ਵਾਲੇ ਕਮਲ ਨੇ ਬਿਸਤਰੇ ਵੱਲ ਵੇਖਦਾ ਰਿਹਾ। ਸਿਰਹਾਣੇ ਮੇਜ਼ ਉੱਤੇ ਉਹਨਾਂ ਦੀ ਵਿਆਹ ਵਾਲੀ ਤਸਵੀਰ ਪਈ ਸੀ। ਉਹ ਸੋਚਾਂ ਜਿਹੀਆਂ 'ਚ ਖੋ ਗਿਆ। ਲਓ ਪਾਣੀ। ਮੁੰਨੀ ਪਲੇਟ 'ਚ ਪਾਣੀ ਦਾ ਗਲਾਸ ਲਈ ਆਖ ਰਹੀ ਸੀ। ਅਮਰ ਨੇ ਧਿਆਨ ਨਾਲ ਉਸ ਨੌਕਰ ਕੁੜੀ ਦੇ ਮੂੰਹ ਵੱਲ ਵੇਖਿਆ। ਮਾਂ ਆਖਦੀ ਸੀ ਤਾਪ 'ਚ ਪਾਣੀ ਬਹੁਤ ਪੀਦਾ। ਅਮਰ ਕੁਝ ਬੋਲਿਆ ਨਹੀਂ, ਪਾਣੀ ਫੜ ਕੇ ਪੀ ਗਿਆ। ਦਵਾਈ ਵੀ ਪੀ ਲਓ। ਪਾਣੀ ਵਾਲਾ ਗਲਾਸ ਫੜਦਿਆਂ ਮੁੰਨੀ ਬੋਲੀ। ਤੇਰੀ ਬੀਬੀ ਜੀ ਆਈ ਤੋਂ ਪੀਆਂਗਾ। ਉਹ ਤਾਂ ਦੇਰ ਨਾਲ ਆਉਣਗੇ। ਕੱਲ ਵੀ ਤਾਂ ਦੇਰ ਨਾਲ ਆਏ ਸੀ। ਤੁਸੀਂ ਉਹਨਾਂ ਨੂੰ ਆਖਦੇ ਕਿਉਂ ਨਹੀਂ ਵੀ ਨਾ ਜਾਇਆ ਕਰਨ? ਉਹਨਾਂ ਨੇ ਜ਼ਰੂਰੀ ਕੰਮ ਕਰਨੇ ਹੁੰਦੇ ਨੇ। ਕੱਲ ਰਾਮਚੰਦ ਆਪਣਾ ਦਫ਼ਤਰ ਦਾ ਚਪੜਾਸੀ ਹੈ ਨਾ, ਉਹਦੀ ਵਹੁਟੀ ਬਾਜ਼ਾਰ ਲੈ ਗਈ ਸੀ। ਉਹਨਾਂ ਦੀ ਲੜਕੀ ਦਾ ਵਿਆਹ ਏ ਨਾ, ਉਸ ਲਈ ਗਹਿਣੇ ਖਰੀਦਣੇ ਸੀ। ਅੱਜ ਉਹ ਡਾਕਟਰ ਵੱਲ ਗਏ ਨੇ। ਮੁੰਨੀ ਅਣਮੰਨੀ ਜੀ ਖਾਲੀ ਗਲਾਸ ਲੈ ਕੇ ਚਲੀ ਗਈ। ਅਮਰ ਉੱਠਿਆ, ਕੁਰਸੀ ਦਾ ਸਹਾਰਾ ਲੈ ਕੇ ਅਲਮਾਰੀ ਤੱਕ ਪਹੁੰਚਿਆ। ਅਲਮਾਰੀ ਦੇ ਸਭ ਤੋਂ ਹੇਠਲੇ ਖਾਨੇ ਚੋਂ ਕਵਲ ਦੇ ਵਿਆਹ ਤੋਂ ਪਹਿਲਾਂ ਦੀ ਲਿਖੀ ਇੱਕ ਚਿੱਠੀ ਕੱਢੀ, ਅਲਮਾਰੀ ਬੰਦ ਕਰਤੀ। ਹੌਲੀ ਹੌਲੀ ਤੁਰਦਾ ਆ ਕੇ ਮੰਜੇ ਤੇ ਪੈ ਗਿਆ। ਚਿੱਠੀ ਤਾਂ ਭਾਵੇਂ ਛੋਟੀ ਜੀ ਸੀ, ਪਰ ਅਮਰ ਨੇ ਉਹਨੂੰ ਪੜ੍ਹਨ ਨੂੰ ਕਿੰਨਾ ਹੀ ਚਿਰ ਲਾ ਦਿੱਤਾ। ਫਿਰ ਤੈਅ ਕਰਕੇ ਸਿਰਹਾਣੇ ਹੇਠਾਂ ਰੱਖਤੀ। ਉਹ ਫਿਰ ਛੱਤ ਵੱਲ ਤੱਕਣ ਲੱਗ ਪਿਆ। ਪਤਾ ਨਹੀਂ ਕਿੰਨਾ ਕੁ ਵਕਤ ਇਉਂ ਲੰਘ ਗਿਆ ਹੋਣਾ ਕਿ ਮੁੰਨੀ ਫੇਰ ਆਈ ਖੜੀ ਸੀ। ਕੀ ਗੱਲ? ਅਮਰ ਨੇ ਉਹਨੂੰ ਪੁੱਛਿਆ। ਵਲੈਤ ਵਾਲੇ ਬਾਊ ਜੀ ਆਏ ਨੇ। ਆਉਣ ਦੇ ਫਿਰ। ਮੈਂ ਕਿਹਾ ਸੀ ਬੁਖਾਰ ਹੈ, ਫੇਰ ਆ ਜਾਣਾ। ਆਖਦੇ ਸੀ ਦੇਖਾ ਜਾਗਦੇ ਨੇ ਜਾਂ ਸੁੱਤੇ ਹੋਏ ਨੇ। ਪਗਲੀ, ਜਾ ਬੁਲਾ ਲਿਆ। ਦੂਜੇ ਪਲ ਰਵਿੰਦਰ ਆਖ ਰਿਹਾ ਸੀ, ਹੈਲੋ, ਕੀ ਗੱਲ ਯਾਰ, ਮੰਜੇ ਤੇ ਪਿਆ? ਉਹ ਟੈਂਪਰੇਚਰ ਸੀ ਜ਼ਰਾ, ਅਮਰ ਨੇ ਉੱਠ ਕੇ ਬੈਠਦਿਆਂ ਕਿਹਾ। ਪਿਆ ਰਹਿ ਫਿਰ, ਆਖਦਾ ਰਵਿੰਦਰ ਕੁਰਸੀ ਖਿੱਚ ਕੇ ਮੰਜੇ ਦੇ ਕੋਲ ਕਰਕੇ ਬੈਠ ਗਿਆ। ਲੱਗਦਾ ਭਾਬੀ ਤੋਂ ਸੇਵਾ ਕਰਵਾਉਣ ਦਾ ਮਾਰਿਆ ਬੁਖਾਰ ਚੜਾ ਬੈਠਾ ਹੈ। ਅਮਰ ਜ਼ਰਾ ਕੁ ਮੁਸਕਰਾ ਕੇ ਚੁੱਪ ਕਰ ਗਿਆ। ਕਿੱਥੇ ਆ ਭਾਬੀ? ਆਖਦਾ ਉਹਨੂੰ ਬਈ ਤੈਨੂੰ ਇੰਨਾ ਨਾ ਵਿਗਾੜੇ। ਆ ਜਾਂਦੀ ਹੈ ਹੁਣੇ ਘੰਟੇ ਤੀਕ। ਤੂੰ ਹੋਰ ਸੁਣਾ, ਕਦੋਂ ਵਾਪਸ ਜਾ ਰਿਹਾ? ਘੰਟੇ ਤੱਕ ਦਾ ਕੀ ਮਤਲਬ? ਇਹਦਾ ਮਤਲਬ ਹੈ ਉਹ ਅੱਜ ਵੀ ਘਰ ਨਹੀਂ। ਇਹ ਗੱਲ ਠੀਕ ਨਹੀਂ ਯਾਰ।
ਇਹ ਮੇਰਾ ਤੀਸਰਾ ਫੇਰਾ ਹੈ। ਤੂੰ ਭਾਬੀ ਨਹੀਂ ਵਿਖਾਈ, ਕਿਤੇ ਅੰਦਰੇ ਲੁਕਾ ਕੇ ਤੇ ਨਹੀਂ ਆਖ ਦਿੰਦਾ ਵੀ ਘਰ ਨਹੀਂ? ਸੁਣਿਆ ਬੜੀ ਸੋਹਣੀ ਹੈ ਤੇਰੀ ਵਹੁਟੀ, ਨਾਲੇ ਮਾਂ ਆਖਦੀ ਸੀ ਬੜੀ ਚੰਗੀ ਹੈ। ਹਾਂ, ਅਮਰ ਬੋਲਿਆ। ਹਾਂ ਕੀ? ਤੂੰ ਚੱਜ ਨਾਲ ਗੱਲ ਕਿਉਂ ਨਹੀਂ ਕਰਦਾ? ਤੈਨੂੰ ਹੋਇਆ ਕੀ ਹੈ? ਸ਼ਾਇਦ ਬੁਖਾਰ ਕਰਕੇ, ਅਮਰ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ। ਤੂੰ ਉਹਨੂੰ ਦੱਸਿਆ ਨਹੀਂ ਸੀ ਮੈਂ ਅੱਜ ਆਉਣਾ ਹੈ? ਦੱਸਿਆ ਸੀ। ਲੱਗਦਾ ਉਹਨੇ ਤੇਰੇ ਤੇ ਰੋਹ ਪਾ ਲਿਆ। ਸੋਹਣੀਆਂ ਜਨਾਨੀਆਂ ਹਮੇਸ਼ਾ ਹੀ ਆਦਮੀਆਂ ਤੇ ਰੋਹ ਪਾ ਲੈਂਦੀਆਂ ਨੇ। ਅਮਰ ਕੁਛ ਨਹੀਂ ਬੋਲਿਆ। ਇੱਕ ਅੰਗਰੇਜ਼ੀ ਰਸਾਲੇ ਦੇ ਬੇਧਿਆਨੀ ਵਰਕੇ ਫਰੋਲਦਾ ਰਿਹਾ। ਔਰਤ ਨੂੰ ਕਾਬੂ ਕਰਨ ਦਾ ਇੱਕੋ ਤਰੀਕਾ ਹੈ ਬੱਚੇ। ਪਰ ਯਾਰ ਬੱਚਿਆਂ ਦਾ ਪ੍ਰੋਗਰਾਮ ਨਹੀਂ ਅਜੇ ਕੋਈ। ਪਹਿਲਾਂ ਤੋਂ ਆਖਦੀ ਸੀ ਅਜੇ ਕੀ ਕਾਹਲੀ ਹੈ, ਪਿਛਲੇ ਸਾਲ ਉਮੀਦ ਹੋਈ ਸੀ। ਉਹਦੀ ਅਣਗਹਿਲੀ ਕਾਰਨ ਸਿਰੇ ਨਾ ਚੜਿਆ। ਅਮਰ ਨੇ ਇੱਕ ਹੱਥ ਨਾਲ ਆਪਣਾ ਮੱਥਾ ਘੁੱਟਦਿਆਂ ਕਿਹਾ। ਕੀ ਹੋ ਗਿਆ ਸੀ? ਉਹ ਆਪਣਾ ਕਰਮਜੀਤ ਹੈ ਨਾ, ਉਹਦਾ ਐਕਸੀਡੈਂਟ ਹੋ ਗਿਆ ਸੀ। ਵਹੁਟੀ ਉਹਦੀ ਕੋਲ, ਉਸ ਕੋਲ ਹਸਪਤਾਲ ਰਿਹਾ ਕਰੇ, ਖਾਣਾ ਤਿਆਰ ਕਰਕੇ ਗਵਰਨਮੈਂਟ ਫਲੈਟਸ ਵਿੱਚ ਚੌਥੀ ਮੰਜ਼ਲ ਤੇ ਪਹਿਲਾਂ ਉਹਦੇ ਬੱਚਿਆਂ ਨੂੰ ਖਵਾ ਕੇ ਆਇਆ ਕਰੇ, ਫਿਰ ਹਸਪਤਾਲ ਦੇਣ ਜਾਇਆ ਕਰੇ। ਪਤਾ ਨਹੀਂ ਪੌੜੀਆਂ ਚੜ੍ਹਨ ਉਤਰਨ ਨਾਲ ਕੁਝ ਹੋ ਗਿਆ ਜਾਂ ਰੱਬ ਜਾਣੇ ਗਰਮੀ ਲੱਗੀ ਜਾਂ ਖਬਰੇ ਇਉਂ ਹੀ ਹੋਣਾ ਸੀ। ਉਸ ਦਿਨ ਸਵੇਰੇ ਥੋੜੀ ਜਿਹੀ ਉਹਦੀ ਤਬੀਅਤ ਖਰਾਬ ਸੀ। ਮੈਂ ਰੋਕਿਆ ਵੀ। ਗੱਲਾਂ ਕਰਦਾ ਅਮਰ ਚੁੱਪ ਹੋ ਗਿਆ। ਤੂੰ ਯਾਰ ਡਾਂਟ ਕੇ ਰੱਖਿਆ ਕਰਨਾ ਉਹਨੂੰ ਬਈ ਇਹ ਘਰ ਹੈ, ਕੋਈ ਸੇਵਾ ਸੰਮਤੀ ਦਾ ਦਫ਼ਤਰ ਤਾਂ ਨਹੀਂ। ਅਮਰ ਜ਼ਰਾ ਕੁ ਹੱਸ ਕੇ ਚੁੱਪ ਕਰ ਰਿਹਾ। ਦੂਜੇ ਕਮਰੇ 'ਚ ਟੈਲੀਫੋਨ ਦੀ ਘੰਟੀ ਖੜਕੀ। ਅਮਰ ਦੀ ਥਾਂ ਰਵਿੰਦਰ ਉੱਠ ਕੇ ਸੁਣਨ ਚਲਾ ਗਿਆ। ਹੈਲੋ, ਮਿਸਿਸ ਅਮਰ ਘਰ ਪਰ ਹੈ? ਕਿਸੇ ਜਨਾਨੀ ਆਵਾਜ਼ ने पूछा। नहीं, रविंदर बोलिया। देखो मैं मिसेस मेहता बोल रही हूँ। जब आए उन्हें कहना कल 4 बजे क्लब की मीटिंग में जरूर पहुंच जाएं। शुक्रिया। अच्छा जी, मैं आख देंगा, रविंदर ने आख्या ते रिसीवर रख मुड़ अमर कोल कुर्सी ते आ बैठा। अजे बैठा ही सी कि टैलीफोन की घंटी फिर खड़की। हेलो, रविंदर ने कहा। हेलो अमर, मैं कमल बोल रही हाँ। दवाई पी ली है ना? नहीं पीती तो पी लो, मैं जरा देर ना लावांगी। डॉक्टर शर्मा ਨੂੰ ਹਸਪਤਾਲ 'ਚ ਦੇਰ ਹੋ ਗਈ ਸੀ। ਪਾਰਟੀ ਹੁਣੇ ਸ਼ੁਰੂ ਹੋਈ ਹੈ। ਮੈਂ ਭਾਬੀ ਰਵਿੰਦਰ ਬੋਲ ਰਿਹਾ, ਤੁਸੀਂ ਜਲਦੀ ਆ ਜਾਣਾ। ਅੱਛਾ ਰਵਿੰਦਰ, ਸੁਣਾਓ ਕੀ ਹਾਲ ਹੈ? ਸੁਣੋ, ਮੇਰੀ ਆਏ ਬਿਨਾਂ ਨਾ ਚਲੇ ਜਾਣਾ। ਮੁੰਨੀ ਨੂੰ ਆਖ ਕੇ ਕਾਫੀ ਬਣਵਾ ਲੈਣਾ, ਮੈਂ ਛੇਤੀ ਆਉਣ ਦੀ ਕੋਸ਼ਿਸ਼ ਕਰਾਂਗੀ। ਰਵਿੰਦਰ ਨੇ ਟੈਲੀਫੋਨ ਦਾ ਰਿਸੀਵਰ ਰੱਖਿਆ। ਦੂਜੇ ਕਮਰੇ 'ਚ ਅਮਰ ਦੇ ਕੋਲ ਆ ਕੇ ਬੋਲਿਆ, ਤੂੰ ਐਂ ਕਰ, ਇੱਕ ਤਾਂ ਆਪਣੇ ਘਰੋਂ ਟੈਲੀਫੋਨ ਲਵਾ ਦੇ। ਅਮਰ ਕੁਛ ਨਹੀਂ ਬੋਲਿਆ। ਫਿਰ ਕਿੰਨਾ ਚਿਰ ਉਹ ਦੋਵੇਂ ਚੁੱਪ ਕਰਕੇ ਬੈਠੇ ਰਹੇ। ਤੂੰ ਭਾਬੀ ਆਪ ਲੱਭੀ ਸੀ? ਇੱਕ ਰਵਿੰਦਰ ਨੇ ਪੁੱਛਿਆ। ਨਹੀਂ, ਉਹਨੇ ਮੈਨੂੰ ਲੱਭਿਆ ਸੀ। ਫਿਰ ਚੁੱਪ ਵਰਤ ਗਈ। ਉਸ ਚੁੱਪ ਦੇ ਸਹਾਰੇ ਉਹ ਦੋਵੇਂ ਨਾ ਜਾਣੇ ਕਿੱਥੇ ਵਿਚਰਦੇ ਰਹੇ। ਬਾਹਰ ਕਾਰ ਦੇ ਹਾਰਨ ਵੱਜਣ ਨਾਲ ਉਹ ਦੋਵੇਂ ਕਮਰੇ 'ਚ ਪਰਤੇ। ਦੂਜੇ ਹੀ ਪਲ ਬੂਹਾ ਖੋਲ ਕੇ ਕਮਲ ਅੰਦਰ ਆ ਗਈ। ਨਮਸਕਾਰ ਭਾਬੀ, ਰਵਿੰਦਰ ਨੇ ਹੱਥ ਜੋੜ ਕੇ ਖੜੇ ਹੁੰਦਿਆਂ ਕਿਹਾ। ਨਮਸਤੇ, ਬੈਠੋ। ਮੈਂ ਤਾਂ ਬੇਦੀ ਦੀ ਕਾਰ 'ਚ ਆ ਗਈ। ਉਹਨੇ ਇੱਧਰੋਂ ਹੀ ਲੰਘਣਾ ਸੀ, ਸੋਚਿਆ ਜਲਦੀ ਪਹੁੰਚ ਜਾਵਾਂਗੀ। ਉਹਨੇ ਪਹਿਲੀ ਗੱਲ ਰਵਿੰਦਰ ਤੇ ਦੂਜੀ ਅਮਰ ਨੂੰ ਆਖੀ। ਅਮਰ ਕੁਛ ਨਹੀਂ ਬੋਲਿਆ। ਮੇਰਾ ਖਿਆਲ ਹੈ ਤੁਸੀਂ ਦਵਾਈ ਵੀ ਨਹੀਂ ਪੀਤੀ ਹੋਣੀ। ਅਮਰ ਦੇ ਕੋਲ ਮੰਜੇ ਤੇ ਬੈਠਦੀ ਬੋਲੀ। ਮੁੰਨੀ ਦੇ ਗਈ ਸੀ ਦਵਾਈ। ਅਮਰ ਨੇ ਇੰਨਾ ਹੀ ਪੁੱਛਿਆ। ਤੁਸੀਂ ਕੌਫੀ ਪੀਤੀ? ਕਮਲ ਨੇ ਰਵਿੰਦਰ ਨੂੰ ਪੁੱਛਿਆ। ਮੈਂ ਕਿਹਾ ਭਾਬੀ ਆਈ ਤੋਂ ਹੀ ਪੀਆਂਗੇ। ਮੁੰਨੀ 2 ਕੱਪ ਕੌਫੀ ਲਿਆ ਵਧੀਆ ਜੀ ਬਣਾ ਕੇ। ਮੈਂ ਨਹੀਂ ਪੀਣੀ ਕੌਫੀ, ਅਮਰ ਬੋਲਿਆ। ਤੇਰੇ ਲਈ ਮੰਗਵਾਈ ਕਿਹਨੇ ਐ? ਇਹ ਤਾਂ ਮੇਰੇ ਤੇ ਭਾਬੀ ਲਈ ਆ ਰਹੀ ਹੈ, ਰਵਿੰਦਰ ਨੇ ਮਜ਼ਾਕ ਕੀਤਾ। ਨਹੀਂ, ਮੈਂ ਤਾਂ ਹੁਣੇ ਖਾ ਪੀ ਕੇ ਆਈ ਹਾਂ। ਅਮਰ ਕਿੰਨਾ ਚਿਰ ਰਵਿੰਦਰ ਦੇ ਮੂੰਹ ਵੱਲ ਵੇਖਦਾ ਰਿਹਾ। ਤੁਸੀਂ ਅੱਜ ਸਾਡੇ ਕੋਲ ਹੀ ਰਹੋ, ਕਮਲ ਨੇ ਰਵਿੰਦਰ ਨੂੰ ਕਿਹਾ। ਤੇ ਤੁਸੀਂ ਦੱਸੋ ਸਾਡੇ ਕੋਲ ਵਲੈਤ ਕਦੋਂ ਆ ਰਹੇ ਹੋ? ਇਹਨਾਂ ਨੂੰ ਪੁੱਛ ਲਓ, ਮੈਂ ਤਾਂ ਹੁਣੇ ਤਿਆਰ ਹਾਂ। ਕਮਲ ਬੋਲੀ। ਦੱਸ ਯਾਰ, ਜੇ ਤੂੰ ਨਹੀਂ ਜਾਣਾ ਤਾਂ ਮੈਂ ਭਾਬੀ ਨੂੰ ਹੀ ਲੈ ਜਾ। ਰਵਿੰਦਰ ਨੇ ਫਿਰ ਮਜ਼ਾਕ ਕੀਤਾ। ਅਮਰ ਕੁਛ ਨਹੀਂ ਬੋਲਿਆ। 1 ਮਿੰਟ ਛੱਤ ਵੱਲ ਵੇਖਦਾ ਰਿਹਾ, ਫਿਰ ਖਿੜਕੀ ਵਿੱਚੋਂ ਦਿਸਦੇ ਨੀਲੇ ਅਸਮਾਨ ਵੱਲ ਦੇਖਣ ਲੱਗ ਪਿਆ। ਤੁਸੀਂ ਅੱਜ ਇੱਥੇ ਹੀ ਰਹੋ ਸਾਡੇ ਕੋਲ, ਕਮਲ ਨੇ ਰਵਿੰਦਰ ਨੂੰ ਫੇਰ ਆਖਿਆ। ਕਿਉਂ ਯਾਰ, ਤੂੰ ਤਾਂ ਆਖ ਨਹੀਂ ਰਿਹਾ ਕਿ ਮੈਂ ਰਹਿ ਪਵਾਂ, ਰਵਿੰਦਰ ਨੇ ਅਮਰ ਨੂੰ ਕਿਹਾ। ਘਰ ਦੀ ਮਾਲਕਣ ਜੋ ਆਖ ਰਹੀ ਹੈ, ਹੋਰ ਕਿਸੇ ਦੇ ਆਖਣ ਦੀ ਕੀ ਲੋੜ ਹੈ? ਤੂੰ ਯਾਰ ਮੇਰੀ ਸਿਫਾਰਿਸ਼ ਕਰਨੀ ਸੀ, ਭਾਬੀ ਦੀ ਕੋਈ ਹੋਰ ਭੈਣ ਹੋਣੀ ਹੈ, ਰਵਿੰਦਰ ਨੇ ਕਮਲ ਵੱਲ ਤੱਕ ਕੇ ਅਮਰ ਨੂੰ ਕਿਹਾ। ਨਹੀਂ, ਇਹ ਤਾਂ ਮਾਂ ਪਿਓ ਦੀ ਕੱਲੀ ਧੀ ਹੈ, ਅਮਰ ਨੇ ਕਿਹਾ। ਉਹ ਇੱਕ ਟਰਾਈ ਹੋਰ ਨਹੀਂ ਮਾਰ ਸਕਦੇ? ਰਵਿੰਦਰ ਠਾਕਾ ਮਾਰ ਕੇ ਹੱਸਦਾ ਬੋਲਿਆ। ਕਮਲ ਜ਼ਰਾ ਸ਼ਰਮਾ ਗਈ। ਡਾਕਟਰ ਸ਼ਰਮੇ ਦੀ ਪਾਰਟੀ ਉੱਤੇ ਕਿੰਨੇ ਸਾਲਾਂ ਮਗਰੋਂ ਮੇਰਾ ਇੱਕ ਕਲਾਸ ਫੈਲੋ ਮਿਲਿਆ। ਆਖਦਾ ਸੀ ਫੇਅਰਵੈਲ ਵੇਲੇ ਦੀ ਆਪਣੀ ਗਰੁੱਪ ਫੋਟੋ ਮੈਂ ਅਜੇ ਤੱਕ ਸੰਭਾਲ ਕੇ ਰੱਖੀ ਹੈ, ਕਮਲ ਨੇ ਦੱਸਿਆ। ਨਾ ਅਮਰ ਨੇ ਕੋਈ ਹੁੰਗਾਰਾ ਭਰਿਆ, ਨਾ ਰਵਿੰਦਰ ਨੇ। ਚਲੋ ਫਿਰ ਕੋਈ ਮਹਿਮਾਂ ਦੀ ਤਾਂ ਗੱਲ ਸੁਣਾਓ, ਕਮਲ ਨੇ ਰਵਿੰਦਰ ਨੂੰ ਸੰਬੋਧਨ ਕਰਕੇ ਕਿਹਾ। ਮਹਿਮਾਂ ਤੁਹਾਡੇ ਵਰਗੀਆਂ ਹੀ ਹੁੰਦੀਆਂ ਨੇ, ਰਵਿੰਦਰ ਨੇ ਜਦੋਂ ਆਖਿਆ। ਅਮਰ ਨੂੰ ਚੰਗਾ ਨਾ ਲੱਗਿਆ, ਬੋਲਿਆ। ਮਹਿਮਾਂ ਸਾਡੀਆਂ ਔਰਤਾਂ ਦਾ ਮੁਕਾਬਲਾ ਕੀ ਕਰਨਗੀਆਂ? ਇਹ ਸਭ ਭਾਵੁਕ ਗੱਲਾਂ ਹੈ। ਚੰਗੇ ਮਾੜੇ ਲੋਕ ਹਰ ਥਾਂ ਹੁੰਦੇ ਨੇ।
ਬੀਬੀ ਜੀ ਖਾਣਾ ਡੱਬੇ 'ਚ ਪਾ ਦਿੱਤਾ ਹੈ, ਕਾਫੀ ਦੇਣ ਆਈ ਮੁੰਨੀ ਨੇ ਦੱਸਿਆ। ਓਹੋ, ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ। ਮੇਰੀ ਸਹੇਲੀ ਅਵਿਨਾਸ਼ ਤੇ ਉਹਦਾ ਪਤੀ 10:30 ਵਜੇ ਦੀ ਗੱਡੀ ਇੱਥੋਂ ਲੰਘਣਗੇ, ਸ਼੍ਰੀਨਗਰ ਨੂੰ ਜਾ ਰਹੇ ਆ। ਸੋਚਿਆ ਸੀ ਮਿਲ ਆਵਾਂਗੇ, ਨਾਲੇ ਖਾਣਾ ਦੇ ਆਵਾਂਗੇ, ਪਰ ਤੁਸੀਂ ਹੁਣ ਬਿਮਾਰ ਹੋ, ਮੈਂ ਇਕੱਲੀ ਜਾ ਆਵਾਂਗੀ। ਇਹ ਤੰਦਰੁਸਤ ਕਿਹੜਾ ਕਦੇ ਘਰੋਂ ਨਿਕਲਦਾ ਹੁੰਦਾ ਹੈ। ਸਾਰਾ ਦਿਨ ਕਿਤਾਬ ਲੈ ਕੇ ਬੈਠੇ ਰਹੇ ਜਾਂ ਛੱਤ ਕੰਨੀ ਝਾਕਦੇ ਰਹੇ। ਤੂੰ ਯਾਰ ਕਦੇ ਤਾਂ ਕੋਈ ਗੱਲ ਕਰ ਲਿਆ ਕਰ, ਰਵਿੰਦਰ ਬੋਲਿਆ। ਕੀ ਗੱਲ ਕਰ ਲਿਆ ਕਰਾਂ, ਅਮਰ ਨੇ ਕਿਹਾ। ਮੇਰੇ ਨਾਲ ਵੀ ਜੇ ਮੈਂ ਕੋਲ ਬੈਠੀ ਹੋਊਂ ਤਾਂ ਕੋਈ ਗੱਲ ਕਰੂੰ ਤਾਂ ਮੈਂ ਕਰੂੰ, ਕਮਲ ਨੇ ਦੱਸਿਆ। ਕੋਈ ਸੁਣਨ ਵਾਲਾ ਵੀ ਤਾਂ ਚਾਹੀਦਾ, ਅਮਰ ਨੇ ਹੱਸ ਕੇ ਕਿਹਾ। ਬੀਬੀ ਜੀ ਖਾਣਾ ਤਿਆਰ ਹੈ, ਮੁੰਨੀ ਨੇ ਆ ਕੇ ਕਿਹਾ। ਅੱਛਾ, ਮੈਂ ਹੁਣੇ ਆ ਜਾਵਾਂਗੀ, ਖਾਣਾ ਆ ਕੇ ਖਾਵਾਂਗੀ, ਕਮਲ ਨੇ ਪਹਿਲੀ ਗੱਲ ਅਮਰ ਤੇ ਦੂਜੀ ਗੱਲ ਰਵਿੰਦਰ ਨੂੰ ਆਖੀ। ਨਹੀਂ ਭਾਬੀ, ਮੈਂ ਤਾਂ ਚੱਲਦਾ, ਮਾਂ ਇੰਤਜ਼ਾਰ ਕਰਦੀ ਹੋਈ। ਉਹਨੂੰ ਮੈਂ ਹਾਲੇ ਵੀ ਬੱਚਾ ਹੀ ਲੱਗਦਾ, ਜ਼ਰਾ ਕੁ ਦੇਰ ਹੋ ਜਾਏ ਤਾਂ ਉਹਨੂੰ ਫਿਕਰ ਹੋ ਜਾਂਦਾ ਹੈ। ਰਵਿੰਦਰ ਨੇ ਉੱਠ ਕੇ ਖੜਾ ਹੁੰਦਿਆਂ ਕਿਹਾ। ਚੰਗਾ, ਫਿਰ ਮੈਨੂੰ ਸਟੇਸ਼ਨ ਤੇ ਲਾਹ ਜਾਣਾ ਜਾਂਦੇ ਜਾਂਦੇ। ਜ਼ਰੂਰ ਜ਼ਰੂਰ, ਰਵਿੰਦਰ ਨੇ ਕਿਹਾ। ਸੂਪ ਮੁੰਨੀ ਤੋਂ ਲੈ ਲੈਣਾ, ਇਹ ਨਾ ਹੋਵੇ ਗੱਡੀ ਜ਼ਰਾ ਮਾਸਾ ਲੇਟ ਹੋ ਜਾਏ ਤੇ ਤੁਸੀਂ ਮੇਰਾ ਇੰਤਜ਼ਾਰ ਕਰਦੇ ਭੁੱਖੇ ਬੈਠੇ ਰਹੋ, ਕਮਲ ਨੇ ਅਮਰ ਨੂੰ ਕਿਹਾ। ਰਵਿੰਦਰ ਦੇ ਨਾਲ ਕਮਲ ਵੀ ਚਲੀ ਗਈ। ਉਹਦੀ ਉੱਚੀ ਅੱਡੀ ਦੀ ਚੱਪਲ ਦੀ ਆਵਾਜ਼ ਪੌੜੀਆਂ ਉਤਰਦੀ, ਗੇਟ ਲੰਘਦੀ, ਸੜਕ ਤੱਕ ਜਾਂਦੀ ਅਮਰ ਨੂੰ ਸੁਣਦੀ ਰਹੀ। ਅਮਰ ਖੁੱਲੀ ਖਿੜਕੀ 'ਚ ਦੂਰ ਤੱਕ ਫੈਲੇ ਖਾਲੀ ਅਸਮਾਨ ਵੱਲ ਕਿੰਨਾ ਹੀ ਚਿਰ ਵੇਖਦਾ ਰਿਹਾ। ਕੁਝ ਚਿਰ ਮਗਰੋਂ ਬਾਹਰੋਂ ਨਜ਼ਰ ਹਟਾ ਕੇ ਕਮਰੇ ਦੇ ਅੰਦਰ ਦੇਖਣ ਲੱਗਿਆ। ਨਾਲ ਵਿਛੇ 2 ਬਿਸਤਰੇ, ਰੇਡੀਓ, ਕਿਤਾਬਾਂ, ਤਸਵੀਰ, ਛੱਤ ਉੱਤੇ ਚੱਲਦਾ ਪੱਖਾ, ਡਰੈਸਿੰਗ ਟੇਬਲ ਤੇ ਆਪਣਾ ਆਪ, ਇਹ ਸਭ ਕਾਸੇ ਦੀ ਉਹਨੂੰ ਜਿਵੇਂ ਸਮਝ ਹੀ ਨਹੀਂ ਸੀ ਲੱਗ ਰਹੀ। ਕਵਲ, ਵਿਆਹ ਤੋਂ ਪਹਿਲਾਂ ਤੇਰੇ ਵਿੱਚ ਡੈਥ ਵਿਸ਼ ਬਹੁਤ ਸੀ, ਸ਼ਾਇਦ ਇਹਦੇ ਕੁਝ ਕਾਰਨ ਸਨ, ਪਰ ਹੁਣ ਜੇ ਰੱਬ ਤੈਨੂੰ ਪੁੱਛੇ ਤੂੰ ਜਿਉਣਾ ਹੈ ਕਿ ਮਰਨਾ, ਤੂੰ ਕੀ ਆਖੇ? ਮੈਂ ਆਖਾਂ ਤੇਰੀ ਮਰਜ਼ੀ ਹੈ, ਕਮਲ ਦਾ ਜਵਾਬ ਸੀ। ਕਮਲ ਨਾਲ ਹੋਈ ਇਹ ਗੱਲਬਾਤ ਨਾ ਜਾਣੇ ਉਹਨੂੰ ਕਿੰਨੀ ਵਾਰ ਯਾਦ ਆ ਚੁੱਕੀ ਹੈ, ਤੇ ਜਦੋਂ ਵੀ ਉਹਨੂੰ ਇਹ ਗੱਲ ਯਾਦ ਆਉਂਦੀ ਹੈ ਉਹ ਕਿੰਨਾ ਚਿਰ ਕਮਲ ਬਾਰੇ ਸੋਚਦਾ ਰਹਿੰਦਾ ਹੈ। 11:30 ਵਜੇ ਜਦੋਂ ਕਮਲ ਸਟੇਸ਼ਨ ਤੋਂ ਵਾਪਸ ਆਈ ਤਾਂ ਉਹ ਆਪਣੇ ਕਮਰੇ 'ਚ ਨਹੀਂ ਸੀ। ਕੁਝ ਪਲ ਉਡੀਕਦੀ ਰਹੀ ਕਿ ਸ਼ਾਇਦ ਗੁਸਲਖਾਨੇ 'ਚ ਹੋਵੇ, ਪਰ ਜਦੋਂ ਜਾ ਕੇ ਵੇਖਿਆ ਤਾਂ ਉੱਥੇ ਵੀ ਨਹੀਂ ਸੀ, ਬਾਹਰ ਲੌਨ 'ਚ ਵੀ ਨਹੀਂ ਸੀ। ਕਮਲ ਨੂੰ ਫਿਕਰ ਹੋਇਆ ਵੀ ਕਿੱਥੇ ਗਏ। ਪੋਲੇ ਪੈਰ ਧਰਦੀ ਉਹ ਛੱਤ ਤੇ ਗਈ। ਉਸ ਵੇਲੇ ਤਿੱਤਰ ਖੰਭੀ ਬੱਦਲੀ ਨਾਲ ਸਾਰਾ ਅਸਮਾਨ ਢਕਿਆ ਹੋਇਆ ਸੀ। ਫਿੱਕਾ ਜਿਹਾ ਚੰਦ ਇੱਕ ਪਾਸੇ ਨੂੰ ਤੁਰਿਆ ਜਾ ਰਿਹਾ ਸੀ। ਰਾਤ ਦੀ ਕੁਸਮੁਸੇ 'ਚ ਕਮਲ ਨੇ ਦੇਖਿਆ ਅਮਰ ਥੜੇ ਤੇ ਪਿਆ ਬੱਦਲਾਂ ਕਾਰਨ ਮਸਾ ਲੱਭਦੇ ਤਾਰਿਆਂ ਵੱਲ ਵੇਖ ਰਿਹਾ ਸੀ। ਬਨੇਰੇ ਉੱਤੇ ਬਿਨਾਂ ਪੀਤਾ ਸੂਪ ਦਾ ਗਿਲਾਸ ਪਿਆ ਸੀ। ਕੋਲ ਹੀ ਭੁੰਜੇ ਬੈਠੀ ਮੁੰਨੀ ਉਹਦੀਆਂ ਲੱਤਾਂ ਉੱਤੇ ਸਿਰ ਰੱਖੀ ਸੁੱਤੀ ਪਈ ਸੀ, ਸ਼ਾਇਦ ਘੁੱਟਦੀ ਸੌਂ ਗਈ ਸੀ। ਅਮਰ ਦਾ ਇੱਕ ਹੱਥ ਉਹਦੇ ਸਿਰ ਉੱਤੇ ਰੱਖਿਆ ਹੋਇਆ ਸੀ। ਧੰਨਵਾਦ। ਅਗਲੀ ਕਹਾਣੀ ਹੈ ਨੀਲਮਾ। ਨਦੀ ਦੇ ਕੰਢੇ ਬੈਠੀ ਨੀਲੀਆਂ ਅੱਖਾਂ ਵਾਲੀ ਔਰਤ ਨੇ ਮਿੱਟੀ ਦੀ ਇੱਕ ਡਲੀ ਪੋਲੇ ਜਿਹੇ ਨਦੀ 'ਚ ਸੁੱਟੀ। ਜ਼ਰਾ ਕੁ ਖੜਾਕ ਹੋਇਆ, ਪਾਣੀ ਕੰਬਿਆ, ਡਲੀ ਡੁੱਬ ਗਈ, ਖੁਰ ਗਈ। ਉਹਨੇ ਅਸਮਾਨ ਵੱਲ ਵੇਖਿਆ, ਕੁਝ ਵੀ ਨਹੀਂ ਸੀ ਅਸਮਾਨ ਉੱਤੇ, ਖਾਲੀ ਸੀ ਸਾਰੇ ਦਾ ਸਾਰਾ। ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਫਿਰ ਉਹਨੇ ਨਦੀ ਦੇ ਪਾਣੀ 'ਚ ਪੈਰ ਪਾ ਲਏ, ਭਾਵੇਂ ਉਹ ਜਾਣਦੀ ਸੀ ਇਸ ਨਦੀ ਦੇ ਪਾਣੀ 'ਚ ਬੜੇ ਸੱਪ ਹੁੰਦੇ ਨੇ। ਬਹੁਤ ਦਿਨ ਨਹੀਂ ਹੋਏ ਇਸ ਨਦੀ 'ਚ ਕਿਸੇ ਦੀ ਲਾਸ਼ ਰੁੜੀ ਜਾ ਰਹੀ ਸੀ। ਉਹਨੂੰ ਯਾਦ ਆਇਆ, ਕੌਣ ਸੀ ਉਹ? ਉਹਨੇ ਰੇਤ ਦੀ ਮੁੱਠ ਭਰੀ ਤੇ ਆਹਿਸਤਾ ਸਾਰੀ ਰੇਤ ਉਂਗਲਾਂ 'ਚੋਂ ਘਿਰ ਗਈ। ਫਿਰ ਉਹਨੇ ਗਿੱਲੇ ਪੈਰਾਂ ਉੱਤੇ ਰੇਤ ਥੱਪ ਕੇ ਘਰ ਬਣਾਇਆ, ਪਰ ਉਹ ਖੜਿਆ ਨਹੀਂ। ਪੈਰ ਖਿਸਕਾਉਂਦਿਆਂ ਢਹਿ ਗਿਆ। ਕੁਝ ਮਿੱਟੀ ਪੈਰਾਂ ਨੂੰ ਲੱਗੀ ਰਹਿ ਗਈ। ਉਹਨੇ ਪੈਰ ਮੁੜ ਨਦੀ 'ਚ ਪਾ ਲਏ, ਲੰਮਾ ਸਾਹ ਭਰਿਆ। ਹੈਲੋ ਨੀਲਮਾ ਜੀ, ਪਿੱਛੋਂ ਕਿਸੇ ਨੇ ਕਿਹਾ। ਉਹਨੇ ਪਰਤ ਕੇ ਨਹੀਂ ਦੇਖਿਆ, ਜਿਵੇਂ ਸੁਣਿਆ ਹੀ ਨਾ ਹੋਵੇ। ਨਾਰਾਜ਼ ਹੋ ਬਾਦਸ਼ਾਹ ਸਾਡੇ ਨਾਲ? ਆਉਣ ਵਾਲੇ ਨੇ ਅੱਗੇ ਆਉਂਦਿਆਂ ਕਿਹਾ। ਨੀਲਮਾ ਦੇ ਚਿਹਰੇ ਉੱਤੇ ਕੋਈ ਪਹਿਚਾਣ ਨਾ ਉਗੜੀ। ਉਸ ਬੰਦੇ ਵੱਲ ਬੇਵਕੂਫਾਂ ਵਾਂਗ ਵੇਖਦੀ ਰਹੀ। ਅੱਜ ਫੇਰ ਘਰ ਕੋਈ ਨਹੀਂ, ਅੱਜ ਸ਼ਰਾਬ ਵੀ ਵਧੀਆ ਲੈ ਕੇ ਰੱਖ ਕੇ ਆਇਆ। ਚੱਲੇਂਗੀ? ਨਹੀਂ, ਨੀਲਮਾ ਨੇ ਕਿਹਾ। ਮਰਦ ਦੇ ਮੱਥੇ ਤੇ ਇੱਕ ਤਿਉੜੀ ਉਭਰੀ। ਕੀ ਗੱਲ, ਅੱਜ ਕੋਈ ਵੱਡੀ ਮੁਰਗੀ ਨਾ ਸੱਚ ਵੱਡਾ ਮੁਰਗਾ ਫਸਾਇਆ? ਨੀਲਮਾ ਨੇ ਘੂਰ ਕੇ ਉਸ ਵੱਲ ਵੇਖਿਆ ਤੇ ਉੱਤੋਂ ਹੀ ਕਰਦਾ ਵਿੱਚੋਂ ਕ੍ਰਿਜਦਾ ਪੈਰ ਘਸੀਟਦਾ ਤੁਰ ਗਿਆ। ਨੀਲਮਾ ਨੇ ਪਾਣੀ ਵਿੱਚੋਂ ਪੈਰ ਕੱਢੇ, ਰੇਤ ਉੱਪਰ ਥੱਪ ਕੇ ਮੁੜ ਘਰ ਬਣਾਉਣ ਲੱਗੀ, ਬੜੇ ਧਿਆਨ ਨਾਲ। ਪਰ ਨਾ ਜਾਣੇ ਇਹ ਕਿਹੋ ਜਿਹੀ ਰੇਤ ਸੀ, ਜਿਉਂ ਹੀ ਉਹ ਪੈਰ ਬਾਹਰ ਕੱਢਦੀ ਘਰ ਢਹਿ ਜਾਂਦਾ। ਕੁਝ ਪਲ ਉਹ ਮਿੱਟੀ ਲਿਬੜੇ ਆਪਣੇ ਪੈਰਾਂ ਵੱਲ ਵੇਖਦੀ ਰਹੀ। ਦੂਰ ਕਿਧਰੇ ਆਖਰੀ ਲਿਸ਼ਕੋਰ ਮਾਰ ਕੇ ਸੂਰਜ ਡੁੱਬ ਗਿਆ ਸੀ ਤੇ ਅਸਮਾਨ ਉੱਤੇ ਉਦਾਸੀ ਵਰਗਾ ਹਨੇਰਾ ਉਤਰਦਾ ਆ ਰਿਹਾ ਸੀ। ਦੂਰ ਕਿਧਰੇ ਇੱਕ ਕੁੱਤਾ ਰੋਇਆ। ਕੌਣ ਮਰਨ ਵਾਲਾ ਹੈ? ਨੀਲਮਾ ਨੇ ਸੋਚਿਆ। ਅੱਜ ਕੀ ਹੋ ਗਿਆ?
ਉਹ ਸੋਚਣਾ ਚਾਹੁੰਦੀ ਸੀ ਪਰ ਕੁਝ ਵੀ ਸਪਸ਼ਟ ਭਾਂਤ ਯਾਦ ਨਹੀਂ ਸੀ ਆ ਰਿਹਾ। ਜਿਸ ਦਿਨ ਮਾਂ ਮਰੀ ਸੀ ਉਸ ਦਿਨ ਵੀ ਕੁਛ ਇਹੋ ਜਿਹਾ ਹੀ ਹੋਇਆ ਸੀ। ਸ਼ਾਇਦ ਸਿਰ ਦੁਖ ਰਿਹਾ ਹੈ। ਨੀਲਮਾ ਨੇ ਸੋਚਣ ਦੀ ਕੋਸ਼ਿਸ਼ ਕੀਤੀ। ਸ਼ਰਾਬ ਦੀ ਤੋਟ ਮਹਿਸੂਸ ਹੋ ਰਹੀ ਸੀ ਪਰ ਸ਼ਰਾਬ ਦੀ ਖਾਤਰ ਉਹਨੂੰ ਕਿਸੇ ਦੇ ਨਾਲ ਜਾਣਾ ਪੈਣਾ ਸੀ ਤੇ ਅੱਜ ਉਹ ਇਕੱਲਿਆਂ ਰਹਿਣਾ ਚਾਹੁੰਦੀ ਸੀ। ਬਹੁਤ ਦਿਨਾਂ ਤੋਂ, ਸ਼ਾਇਦ ਕਈ ਮਹੀਨਿਆਂ ਤੋਂ, ਪਤਾ ਨਹੀਂ ਸ਼ਾਇਦ ਸਾਲ ਵੀ ਲੰਘ ਗਿਆ ਹੋਵੇ, ਉਹ ਆਪਣੇ ਆਪ ਤੋਂ ਦੂਰ ਭੱਜਦੀ ਰਹੀ ਸੀ, ਕੰਨੀ ਕਤਰਾਉਂਦੀ ਰਹੀ ਸੀ, ਆਪਣੇ ਆਪ ਤੋਂ ਮੁਨਕਰ ਹੁੰਦੀ ਰਹੀ ਸੀ। ਪਰ ਬਹੁਤ ਦਿਨ ਤਾਂ ਇਉਂ ਨਹੀਂ ਸੀ ਹੋ ਸਕਦਾ। ਇਉਂ ਆਪਣੇ ਆਪ ਕੋਲੋਂ ਦੌੜਦੀ ਉਹ ਹੰਭ ਗਈ, ਲਹਿਣੇਦਾਰਾਂ ਤੋਂ ਡਰਦਾ, ਜਿਵੇਂ ਕੋਈ ਮੂੰਹ ਝੱਖ ਰਹੀ ਘਰੋਂ ਨਿਕਲ ਜਾਏ ਤੇ ਬਹੁਤ ਰਾਤ ਗਈ ਘਰ ਪਰਤੇ। ਪਰ ਅਚਾਨਕ ਇੱਕ ਦਿਨ ਫੜਿਆ ਜਾਏ, ਉਸੇ ਤਰ੍ਹਾਂ ਅੱਜ ਉਹ ਆਪਣੇ ਆਪ ਦੇ ਅੱਗੇ ਸਿਰ ਝੁਕਾਈ ਬੈਠੀ ਸੀ। ਇਉਂ ਕਿੰਨੇ ਦਿਨ ਚੱਲੇਗਾ, ਉਹ ਆਪਣੇ ਆਪ ਨੂੰ ਪੁੱਛ ਰਹੀ ਸੀ। ਇਉਂ ਤਾਂ ਮੈਂ ਕਦੇ ਸੋਚਿਆ ਨਹੀਂ ਸੀ, ਪਰ ਹੁਣ ਠੀਕ ਬੇਠੀਕ ਸਭ ਭੁੱਲ ਗਿਆ। ਬਸ ਖੋਹ ਪੈਂਦੀ ਹੈ, ਸ਼ਰਾਬ ਦੀ ਲੋੜ ਮਹਿਸੂਸ ਹੁੰਦੀ ਹੈ। ਸ਼ਰਾਬ 'ਚ ਡੁੱਬ ਜਾਣ ਮਗਰੋਂ ਤੁਹਾਡੀ ਦੇਹ ਨਾਲ ਕੋਈ ਜੋ ਮਰਜ਼ੀ ਕਰੇ। ਦੇਹ ਤਾਂ ਮਿੱਟੀ ਹੁੰਦੀ ਹੈ, ਮਨ ਨੂੰ ਸਮਝਾਈ ਨਹੀਂ ਜਾ ਸਕਦੀ, ਲੋੜ ਵੀ ਨਹੀਂ। ਮੇਰਾ ਕੌਣ ਹੈ ਇਸ ਲਈ ਜਿਹਨੂੰ ਮੈਂ ਦੱਸਾਂ ਕਿ ਉਫ ਸਿਰ ਪਾਟ ਰਿਹਾ। ਜੇ ਤੇਰਾ ਕੋਈ ਨਹੀਂ, ਜਗਰੂਪ ਨੂੰ ਵਹੁਟੀ ਦੇ ਨਾਲ ਦੇਖ ਕੇ ਇਉਂ ਕਿਉਂ ਹੋ ਗਈ? ਉਹਦੇ ਮਨ 'ਚੋਂ ਹੀ ਜਿਵੇਂ ਕਿਸੇ ਨੇ ਪੁੱਛਿਆ। ਪਤਾ ਨਹੀਂ। 3 ਵਰ੍ਹੇ ਪਹਿਲਾਂ ਜਗਰੂਪ ਜਦੋਂ ਉਹਦੀ ਜ਼ਿੰਦਗੀ 'ਚ ਆਇਆ ਸੀ ਤਾਂ ਉਹਨੂੰ ਲੈ ਗਿਆ ਸੀ। ਸਾਹਮਣੇ ਪਾਰਕ ਦੇ ਦਰਖਤਾਂ ਉੱਤੇ ਬਰਫ਼ ਨਹੀਂ ਸੀ ਪਈ, ਫੁੱਲ ਪੈ ਗਏ ਸੀ। ਮਾਂ ਨੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹਨੂੰ ਲੱਗਦਾ ਸੀ ਮਾਂ ਕਮਲੀ ਹੈ। ਉਹ ਮਰਦ ਹੋਰ ਹੁੰਦੇ ਨੇ। ਜਗਰੂਪ ਉੱਤੇ ਤਾਂ ਉਹਨੂੰ ਰੱਬ ਜਿੰਨਾ ਭਰੋਸਾ ਸੀ। ਜਗਰੂਪ ਨੇ ਆਖਿਆ, ਤਾਜ ਮਹਿਲ ਵੇਖਣ ਚੱਲੀਏ? ਨੀਲਮਾ ਝਿਜਕੀ। ਤੂੰ ਮੇਰੀ ਨਹੀਂ? ਜਗਰੂਪ ਨੇ ਦੱਸਣ ਵਾਂਗ ਪੁੱਛਿਆ। ਤਾਜ ਮਹਿਲ ਵੇਖਣ ਗਈ। ਆਗਰੇ ਦੇ ਇੱਕ ਹੋਟਲ 'ਚ ਸੱਚੀ ਮੁੱਚੀ ਜਗਰੂਪ ਦੀ ਹੋ ਗਈ। ਉਹ ਜਗਰੂਪ ਦੀ ਹੀ ਸੀ, ਇਸ ਗੱਲ ਨੂੰ ਸੱਚ ਮੰਨ ਗਈ ਸੀ, ਪਰ ਉਹ ਝੂਠਾ ਨਿਕਲਿਆ। ਉਹੀ ਜਗਰੂਪ ਅੱਜ ਆਪਣੀ ਵਹੁਟੀ ਨਾਲ ਬਾਜ਼ਾਰ 'ਚ ਉਹਨੇ ਵੇਖਿਆ ਸੀ। ਉਹਨੇ ਨੀਲਮਾ ਨੂੰ ਦੇਖਿਆ ਸੀ। ਕੋਲੋਂ ਦੀ ਇਉਂ ਲੱਗ ਗਿਆ ਜਿਵੇਂ ਜਾਣਦਾ ਹੀ ਨਹੀਂ ਸੀ। ਹਾਂ, ਉਹ ਉਹਨੂੰ ਨਹੀਂ ਸੀ ਜਾਣਦਾ। ਉਹ ਜਾਣ ਵੀ ਨਹੀਂ ਸੀ ਸਕਦਾ ਕਿ ਨੀਲਮਾ ਨੂੰ ਕੀ ਹੋ ਗਿਆ ਸੀ। ਮਾਂ ਜਦੋਂ ਬਹੁਤ ਕਲਪੀ ਸੀ, ਬਹੁਤ ਰੋਈ ਸੀ ਇੱਕ ਦਿਨ, ਤਾਂ ਉਹਨੇ ਆਪਣੇ ਵਾਲ ਖੋਏ ਸਨ। ਰਾਤੀ ਪਿੱਟੀ ਸੀ ਤਾਂ ਨੀਲਮਾ ਨੇ ਉਖੜਦੇ ਪੈਰਾਂ ਨਾਲ ਮੰਜੇ ਵੱਲ ਵੱਧਦਿਆਂ ਅੱਖਾਂ ਉਘੇੜ ਕੇ ਇੰਨਾ ਆਖਿਆ ਸੀ, ਜੀ ਲੈਣ ਦੇ ਕੁਛ ਦਿਨ ਮਾਂ, ਜੀ ਲੈਣ ਦੇ। ਉਸ ਵੇਲੇ ਮਾਂ ਨੇ ਉਹਦੀਆਂ ਅੱਖਾਂ 'ਚ ਨਾ ਜਾਣੇ ਕਿਹੋ ਜਿਹਾ ਕਹਿਰ ਵੇਖਿਆ ਸੀ ਕਿ ਉਹ ਡਰ ਗਈ ਸੀ। ਹੁਣ ਉਹ ਨੀਲਮਾ ਨੂੰ ਨਹੀਂ ਸੀ ਪੁੱਛਦੀ ਇੰਨੀ ਰਾਤ ਕਿੱਥੇ ਰਹੀ, ਇਹ ਸਭ ਕੀ ਹੈ, ਪਰ ਬਿਮਾਰ ਰਹਿਣ ਲੱਗ ਪਈ। ਜਿਸ ਰਾਤ ਮਾਂ ਮਰੀ, ਨੀਲਮਾ ਉਸ ਰਾਤ ਵੀ ਘਰ ਨਹੀਂ ਸੀ। ਉਹਨੂੰ ਪਤਾ ਸੀ ਮਾਂ ਨੇ ਅੱਜ ਮਰ ਜਾਣਾ। ਉਹਨੂੰ ਪਤਾ ਸੀ ਸਾਰੀ ਰਾਤ ਉਹ ਮੋਈ ਮਾਂ ਦੇ ਕੋਲ ਕੱਲੀ ਨਹੀਂ ਬੈਠ ਸਕਦੀ। ਉਸ ਰਾਤ ਉਹ ਸੇਠ ਦੁਰਗਾ ਦਾਸ ਦੇ ਗਈ ਸੀ। ਦੁਰਗਾ ਦਾਸ ਨੂੰ ਉਹ ਪਸੰਦ ਨਹੀਂ ਸੀ ਕਰਦੀ, ਉਹਨੂੰ ਜ਼ਹਿਰ ਲੱਗਦਾ ਸੀ। ਜਦੋਂ ਵੀ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਉਹ ਪਿਛਾਂਹ ਹਟ ਗਈ ਸੀ। ਪਰ ਅੱਜ ਉਹ ਆਪ ਚੱਲ ਕੇ ਉਹਦੇ ਕੋਲ ਗਈ, ਆਪ ਹੀ ਉਹਨੂੰ ਸ਼ਰਾਬ ਲਿਆਉਣ ਲਈ ਆਖਿਆ। ਫਿਰ ਉਹਨੇ ਦੁਰਗਾ ਦਾਸ ਨੂੰ ਆਪਣੇ ਨਾਲ ਘਰ ਚੱਲਣ ਲਈ ਆਖਿਆ ਸੀ ਕਿਉਂਕਿ ਮਾਂ ਬਹੁਤ ਬਿਮਾਰ ਸੀ, ਸ਼ਾਇਦ ਮਾਰੀ ਗਈ ਹੋਵੇ। ਮੇਰਾ ਬਾਪ ਵੀ ਨਹੀਂ, ਉਹਨੇ ਦੱਸਿਆ ਸੀ। ਦੁਰਗਾ ਦਾਸ ਹੱਸ ਪਿਆ ਤੇ ਬੋਲਿਆ ਸੀ, ਰੁਪਏ 10-20 ਹੋਰ ਲੈ ਜਾ, ਮੈਂ ਤਾਂ ਨਹੀਂ ਜਾ ਸਕਾਂਗਾ। ਗੁੱਸੇ 'ਚ ਆ ਕੇ ਉਹਨੇ ਦੁਰਗਾ ਦਾਸ ਦੇ ਚਪੇੜ ਕੱਢ ਮਾਰੀ ਸੀ ਤੇ ਦੁਰਗਾ ਦਾਸ ਸਕੂਲ ਦੀ ਮੈਨੇਜਿੰਗ ਕਮੇਟੀ ਦਾ ਪ੍ਰਧਾਨ ਸੀ। ਉਹਨੇ ਉਹਨੂੰ ਘਟੀਆ ਔਰਤ ਦੱਸ ਕੇ ਸਕੂਲ 'ਚੋਂ ਕਢਵਾ ਦਿੱਤਾ ਸੀ। ਮਾਂ ਦੇ ਮਰ ਜਾਣ ਪਿੱਛੋਂ ਘਰ 'ਚ ਇਕੱਲੀ ਰਹਿ ਗਈ ਸੀ। ਇਕੱਲੀ ਹੋਣ ਤੋਂ ਉਹਦਾ ਜੀ ਬੜਾ ਡਰਦਾ ਸੀ। ਇੱਕ ਕਮਰਾ ਰੱਖ ਕੇ ਬਾਕੀ ਘਰ ਉਹਨੇ ਕਿਰਾਏ ਤੇ ਦੇ ਦਿੱਤਾ। ਕਮਰੇ 'ਚੋਂ ਇਕੱਲੀ ਦਾ ਵੀ ਉਹਦਾ ਜੀ ਕਾਹਲਾ ਪੈਂਦਾ ਰਹਿੰਦਾ ਤੇ ਉਹ ਉੱਤੋਂ ਹਨੇਰਾ ਉਤਰ ਆਇਆ ਸੀ ਤੇ ਉਹ ਅਜੇ ਵੀ ਨਦੀ ਦੇ ਕੰਢੇ ਤੇ ਹੀ ਬੈਠੀ ਸੀ। ਸੈਰ ਕਰਨ ਆਏ ਲੋਕ ਘਰਾਂ ਨੂੰ ਪਰਤ ਗਏ ਸਨ। ਲੁੱਕ ਕੇ ਸਿਗਰਟਾਂ ਪੀਣ ਆਏ ਕਾਲਜ ਦੇ ਹੋਸਟਲ ਦੇ ਮੁੰਡਿਆਂ ਨੇ ਉਹਨੂੰ ਬੈਠੀ ਨੂੰ ਦੂਰੋਂ ਵੇਖਿਆ ਤੇ ਇੱਕ ਨੇ ਕਿਹਾ, ਭੂਤ। ਬਾਕੀ ਦੇ ਲੋਕ ਡਰ ਗਏ। ਹੋਟਲ ਤੋਂ ਰੋਟੀ ਖਾ ਕੇ ਮਹਿੰਦਰ ਜਦੋਂ ਨਦੀ ਉੱਤੇ ਸੈਰ ਨੂੰ ਆਇਆ ਤਾਂ ਨੀਲਮਾ ਨੂੰ ਉੱਥੇ ਬੈਠੀ ਵੇਖ ਕੇ ਹੈਰਾਨ ਹੋ ਗਿਆ। ਚੁੱਪਚਾਪ ਉਹਦੇ ਕੋਲੋਂ ਦੀ ਲੰਘ ਗਿਆ। ਕੁਛ ਹੀ ਕਦਮ ਜਾ ਕੇ ਪਰਤ ਪਿਆ। ਨੀਲਮਾ ਦੇ ਕੋਲ ਆ ਕੇ ਖੜੋ ਗਿਆ ਵਾਕਫਾਂ ਵਾਂਗ। ਕਿਸੇ ਨੂੰ ਉਡੀਕ ਰਹੇ ਹੋ? ਨਹੀਂ, ਮੇਰਾ ਨਾਮ ਮਹਿੰਦਰ ਹੈ। ਮੇਰਾ ਨੀਲਮਾ। ਮੈਂ ਜਾਣਦਾ। ਹਾਂ, ਮੈਨੂੰ ਸਭ ਜਾਣਦੇ ਨੇ। ਕਿ ਇਸ ਵੇਲੇ ਕਿੱਧਰੋਂ ਸ਼ਰਾਬ ਲਿਆ ਕੇ ਦੇ ਸਕਦੇ ਹੋ? ਘਰ ਚੱਲੋ, ਲਿਆ ਦਿਆਂਗਾ। ਨਹੀਂ, ਅੱਜ ਮੈਂ ਕਿਸੇ ਦੇ ਘਰ ਨਹੀਂ ਜਾਣਾ ਚਾਹੁੰਦੀ। ਆਪਣੇ ਘਰ ਚਲੇ ਜਾਓ, ਉੱਥੇ ਦੇ ਆਵਾਂਗਾ। ਮੇਰੇ ਕੋਲ ਪੈਸੇ ਨਹੀਂ ਹੈ। ਮੇਰੇ ਕੋਲ ਹੈ, ਪਰ ਮੁਫਤ ਵਿੱਚ ਤੁਸੀਂ ਮੇਰੇ ਲਈ ਪੈਸੇ ਕਿਉਂ ਖਰਚੋਗੇ? ਖੈਰ, ਅੱਛਾ, ਮੈਂ ਤੁਹਾਡੇ ਘਰ ਹੀ ਚੱਲਦੀ ਹਾਂ। ਆਖ ਉੱਠ ਖੜੀ ਹੋਈ।
ਜਦੋਂ ਉੱਠੀ ਤਾਂ ਉਹਨੂੰ ਚੱਕਰ ਜਿਹਾ ਆ ਗਿਆ, ਪਰ ਉਹ ਸੰਭਲ ਗਈ। ਮਹਿੰਦਰ ਦਾ ਘਰ ਕੀ ਸੀ? ਇੱਕ ਵੱਡਾ ਸਾਰਾ ਕਮਰਾ, ਜਿਸ 'ਚ ਇੱਕ ਮੰਜਾ, 2 ਕੁਰਸੀਆਂ, ਕੁਝ ਕਿਤਾਬਾਂ, ਅਲਮਾਰੀ 'ਚ ਕੁਝ ਖਾਲੀ ਸ਼ਰਾਬ ਦੀਆਂ ਬੋਤਲਾਂ ਤੇ ਕੱਪੜੇ, ਇੱਕ ਖਾਨੇ 'ਚ ਕੱਪੜੇ ਤੇ ਉਹ ਤੋਂ ਹੇਠਲੇ 'ਚ ਜੁੱਤੀਆਂ। ਇਹੀ ਘਰ ਦਾ ਸਾਰਾ ਸਮਾਨ ਸੀ। ਹਾਂ, ਨਾਲ ਰਸੋਈ ਵੀ ਸੀ। ਨੀਲਮਾ ਕੁਰਸੀ ਉੱਤੇ ਸਿਰ ਸੁੱਟੀ ਛੱਤ ਤੇ ਚੱਲਦੇ ਪੱਖੇ ਵੱਲ ਕਿੰਨਾ ਚਿਰ ਤੱਕਦੀ ਰਹੀ। ਬੋਤਲ ਤੇ ਗਲਾਸ ਮੇਜ਼ ਤੇ ਰੱਖ ਕੇ ਮਹਿੰਦਰ ਹੋਟਲ ਤੋਂ ਕੁਝ ਖਾਣ ਲਈ ਲੈਣ ਚਲਾ ਗਿਆ। ਨੀਲਮਾ ਨੇ ਉਹਨੂੰ ਉਡੀਕਿਆ ਨਹੀਂ। ਸ਼ਰਾਬ ਗਲਾਸ 'ਚ ਪਾਈ, ਗਲਾਸ ਪਾਣੀ ਨਾਲ ਭਰਿਆ, ਗਟਾਗਟ ਪੀ ਗਈ। ਕੁਝ ਪਲ ਅੱਖਾਂ ਮੀਟੀ ਬੈਠੀ ਰਹੀ, ਫਿਰ ਜਿਵੇਂ ਉਹਦੀ ਸੁਰਤ ਪਰਤਣ ਲੱਗੀ, ਉਹਨੇ ਬਿਸਤਰੇ ਵੱਲ ਵੇਖਿਆ ਤੇ ਇੱਕ ਪੈਗ ਹੋਰ ਪਾ ਲਿਆ। ਉਹ ਵੀ ਪੀ ਲਿਆ। ਮਹਿੰਦਰ ਹੋਟਲ ਤੋਂ ਉਸ ਲਈ ਰੋਟੀ ਲੈ ਆਇਆ ਸੀ। ਤੁਸੀਂ ਨਹੀਂ ਪੀਓਗੇ? ਨੀਲਮਾ ਨੇ ਪੁੱਛਿਆ। ਮੈਂ ਰੋਟੀ ਖਾ ਬੈਠਾ। ਮੈਂ ਇੱਕ ਹੋਰ ਲੈ ਲਵਾਂ? ਹਾਂ, ਪਰ ਇਸ ਤੋਂ ਵੱਧ ਨਹੀਂ। ਮਹਿੰਦਰ ਨੇ ਬੋਤਲ ਵੱਲ ਤੱਕ ਕੇ ਕਿਹਾ। ਇੰਨੀ ਕੋਈ ਸ਼ਰਾਬ ਦਾ ਮੁੱਲ ਤਾਂ ਤੁਹਾਨੂੰ? ਮੈਨੂੰ ਸ਼ਰਾਬ ਦਾ ਨਹੀਂ, ਤੁਹਾਡਾ ਫਿਕਰ ਹੈ, ਮਹਿੰਦਰ ਨੇ ਉਹਦੀ ਗੱਲ ਟੋਕ ਕੇ ਕਿਹਾ। ਮੇਰਾ? ਹਾ, ਮੇਰਾ ਕੀ ਹੈ? ਮਾਰੀ ਜਾਵਾਂਗੀ, ਹੋਰ ਕੀ ਹੋ ਸਕਦਾ ਹੈ? ਮਰਨਾ ਕਿਸੇ ਮਕਸਦ ਲਈ ਚਾਹੀਦਾ ਹੈ। ਮਕਸਦ? ਜ਼ਿੰਦਗੀ ਦਾ ਕੋਈ ਮਕਸਦ ਨਹੀਂ, ਸਭ ਫਜ਼ੂਲ ਹੈ, ਬਕਵਾਸ ਹੈ। ਨੀਲਮਾ ਨੇ ਗਲਾਸ 'ਚ ਹੋਰ ਸ਼ਰਾਬ ਪਾਉਂਦਿਆਂ ਝੁੰਝਲਾ ਕੇ ਆਖਿਆ। ਮਹਿੰਦਰ ਨੇ ਉਹਦੇ ਅੱਗੇੋਂ ਇਹ ਕਹਿੰਦਿਆਂ ਗਲਾਸ ਚੁੱਕ ਲਿਆ। ਬਸ ਹੋਰ ਨਹੀਂ, ਰੱਜ ਕੇ ਪੀਤੇ ਬਿਨਾ ਮੈਂ, ਫਿਕਰ ਨਾ ਕਰੋ। ਫਿਰ ਲੈ ਕੇ ਕਿਸ ਲਈ ਆਏ ਹੋ? ਸ਼ਰਾਬ ਕਿਸ ਲਈ ਪਿਲਾ ਰਹੇ ਹੋ? ਮੈਂ ਕੋਈ ਮੰਗਤੀ ਨਹੀਂ। ਤੁਸੀਂ ਮੇਰੇ ਦੋਸਤ ਵੀ ਤਾਂ ਹੋ ਸਕਦੇ ਹੋ। ਲਓ, ਖਾਣਾ ਖਾਓ। ਪਲੇਟਾਂ ਅੱਗੇ ਰੱਖਦਾ ਉਹ ਬੋਲਿਆ। ਰੋਟੀ ਦੀ ਮੈਨੂੰ ਭੁੱਖ ਨਹੀਂ, ਉਹਨੇ ਅੱਖਾਂ ਉਘਾੜ ਕੇ ਕਿਹਾ। ਨਹੀਂ, ਇਉਂ ਸਿਹਤ ਖਰਾਬ ਹੋ ਜਾਂਦੀ ਹੈ, ਕੁਝ ਖਾ ਲਓ ਪਲੀਜ਼, ਮਹਿੰਦਰ ਨੇ ਉਹਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ। ਨੀਲਮਾ ਦੀਆਂ ਅੱਖਾਂ ਡੁਬਾ ਆਈਆਂ ਤੇ ਉਹ ਰੋਟੀ ਖਾਣ ਲੱਗ ਪਈ। ਹੰਝੂ ਵਹਿੰਦੇ ਗਏ। ਰੋਟੀ ਅੱਧੀ ਕੁ ਖਾ ਕੇ ਉਹਨੇ ਪਾਣੀ ਪੀ ਲਿਆ। ਮਹਿੰਦਰ ਵੱਲ ਝਾਕੀ। ਆਪਣਾ ਇੱਕ ਨਾਈਟ ਸੂਟ ਵੱਲ ਕਰਦਿਆਂ ਮਹਿੰਦਰ ਨੇ ਆਖਿਆ, ਗੁਸਲਖਾਨੇ 'ਚ ਜਾ ਕੇ ਕੱਪੜੇ ਬਦਲ ਲਓ। ਮਹਿੰਦਰ ਦੇ ਕੱਪੜੇ ਪਾਈ ਆਪਣੇ ਆਪ ਵੱਲ ਤੱਕਦੀ ਹੱਸਦੀ ਜਦੋਂ ਗੁਸਲਖਾਨੇ 'ਚੋਂ ਆਈ ਤਾਂ ਮਹਿੰਦਰ ਉਸ ਲਈ ਦੂਸਰਾ ਮੰਜਾ ਵਿਛਾ ਰਿਹਾ ਸੀ। ਮੰਜਾ ਕਿੱਥੋਂ ਲੈ ਆਏ? ਗੁਆਂਢੀਆਂ ਤੋਂ। ਕੀ ਆਖਿਆ? ਆਖਿਆ ਮੇਰੀ ਇੱਕ ਦੋਸਤ ਆਈ ਹੈ। ਮੈਨੂੰ ਸਵੇਰੇ ਜਲਦੀ ਚਲੀ ਜਾਣਾ ਚਾਹੀਦਾ, ਛੇਤੀ ਜਗਾ ਦਿਓ, ਕਿਸੇ ਨੇ ਦੇਖ ਲਿਆ ਤਾਂ ਤੁਹਾਨੂੰ। ਮੇਰਾ ਫਿਕਰ ਨਾ ਕਰੋ, ਮਹਿੰਦਰ ਨੇ ਗੱਲ ਟੋਕ ਕੇ ਕਿਹਾ। ਨੀਲਮਾ ਨੇ ਹੈਰਾਨ ਹੋ ਕੇ ਉਸ ਵੱਲ ਵੇਖਿਆ। ਬੜੀ ਦੇਰ ਤੱਕ ਨੀਲਮਾ ਨੂੰ ਨੀਂਦ ਨਾ ਆਈ। ਉਹਨੂੰ ਲੱਗਦਾ ਸੀ ਮਹਿੰਦਰ ਹੁਣੇ ਉੱਠ ਕੇ ਉਹਦੇ ਬਿਸਤਰੇ ਤੇ ਆਏਗਾ, ਪਰ ਉਹ ਨਹੀਂ ਆਇਆ। ਇੱਕ ਦੋ ਵਾਰੀ ਨੀਲਮਾ ਨੇ ਉਹਨੂੰ ਪੁੱਛਿਆ ਵੀ ਸੌਂ ਗਏ? ਨਹੀਂ, ਉਹਨੇ ਕੁਝ ਸੋਚਦਿਆਂ ਇੰਨਾ ਹੀ ਆਖਿਆ। ਹਾਰ ਕੇ ਉਹ ਆਪ ਉੱਠ ਕੇ ਉਹਦੇ ਬਿਸਤਰੇ ਤੇ ਚਲੀ ਗਈ। ਉਹ ਇੱਕ ਪਾਸੇ ਨੂੰ ਹੋ ਗਿਆ। ਨੀਲਮਾ ਉਹਦੇ ਕੋਲ ਨੂੰ ਹੋ ਕੇ ਪੈ ਗਈ। ਮਹਿੰਦਰ ਨੇ ਉਹਦੇ ਸਿਰ ਉੱਪਰ ਇਉਂ ਹੱਥ ਰੱਖਿਆ ਜਿਵੇਂ ਉਹ ਕੋਈ ਬੱਚੀ ਹੋਵੇ ਜਿਹਨੂੰ ਹਨੇਰੇ ਤੋਂ ਡਰ ਲੱਗ ਰਿਹਾ ਹੋਵੇ। ਪਤਾ ਨਹੀਂ ਨੀਲਮਾ ਨੂੰ ਕਿਹੜੇ ਵੇਲੇ ਨੀਂਦ ਆ ਗਈ। ਜਦੋਂ ਜਾਗੀ ਤਾਂ ਗੋਡੇ ਗੋਡੇ ਧੁੱਪ ਚੜ੍ਹ ਆਈ ਸੀ। ਮਹਿੰਦਰ ਦਫ਼ਤਰ ਜਾ ਚੁੱਕਿਆ ਸੀ। ਉਸ ਲਈ ਚਿੱਟ ਤੇ ਲਿਖ ਕੇ ਰੱਖ ਗਿਆ ਸੀ, ਕਿਚਨ 'ਚ ਸਭ ਕੁਝ ਪਿਆ, ਚਾਹ ਬਣਾ ਕੇ ਪੀ ਲੈਣਾ। ਚਿੱਟ ਪੜ੍ਹ ਕੇ ਉਹ ਹੱਸ ਪਈ, ਪਾਣੀ ਪੀ ਕੇ ਫਿਰ ਪੈ ਗਈ, ਸੌਂ ਗਈ। ਜਦੋਂ ਜਾਗੀ ਦੁਪਹਿਰ ਹੋਣ ਵਾਲੀ ਸੀ। ਨਹਾਉਣ ਤੋਂ ਪਹਿਲਾਂ ਕਮਰਾ ਸਾਫ਼ ਕੀਤਾ, ਕਿਤਾਬਾਂ ਚਿਣੀਆਂ। ਮਹਿੰਦਰ ਦੇ 2 ਕੁ ਮੈਲੇ ਕਮੀਜ਼ ਪਏ ਸੀ, ਧੋ ਦਿੱਤੇ। ਦਰਵਾਜ਼ੇ ਦੇ ਪਰਦੇ ਨੂੰ ਇੱਕ ਥਾਂ ਟੋਕ ਲੱਗ ਗਈ ਹੋਈ ਸੀ ਤੇ ਸੀਤੀ। ਮਨੀ ਪਲਾਂਟ ਨੂੰ ਪਾਣੀ ਪਾਇਆ, ਫਿਰ ਨਹਾ ਕੇ ਤਿਆਰ ਹੋ ਗਈ। ਫਿਰ ਰਿਕਾਰਡ ਸੁਣਨ ਬੈਠ ਗਈ। ਫਿਰ ਵਹੀ ਸ਼ਾਮ, ਵਹੀ ਤਨਹਾਈ ਹੈ। ਰਿਕਾਰਡ ਵੱਜਣ ਲੱਗਿਆ। ਨਹੀਂ, ਆਖ ਨੀਲਮਾ ਨੇ ਰਿਕਾਰਡ ਬੰਦ ਕਰ ਦਿੱਤਾ। ਸਾਹਮਣੇ ਮਹਿੰਦਰ ਆ ਰਿਹਾ ਸੀ। ਵਾਹ, ਅੱਜ ਤਾਂ ਘਰ ਮਹਿਕਿਆ ਲੱਗਦਾ, ਉਹਨੇ ਆਲੇ ਦੁਆਲੇ ਵੇਖ ਕੇ ਕਿਹਾ। ਹੁਣ ਮੈਂ ਜਾਵਾਂ? ਨੀਲਮਾ ਨੇ ਬੇਦਿਲੀ ਨਾਲ ਪੁੱਛਿਆ। ਕਿੱਥੇ? ਆਪਣੇ ਘਰ। ਇਹ ਆਪਣਾ ਘਰ ਨਹੀਂ ਲੱਗਦਾ। ਝੂਠ ਨੂੰ ਸੱਚ ਮੰਨ ਲੈਣ ਦੀ ਉਮਰ ਮੇਰੀ ਲੰਘ ਗਈ ਹੈ। ਮਹਿੰਦਰ ਵੱਲ ਆਪਣੀਆਂ ਨੀਲੀਆਂ ਅੱਖਾਂ ਪੂਰੀਆਂ ਖੋਲ ਕੇ ਬੋਲੀ। ਪਲ ਦੇ ਪਲ ਹੀ ਮਹਿੰਦਰ ਨੂੰ ਲੱਗਿਆ ਇਹ ਨੀਲੀਆਂ ਅੱਖਾਂ ਜਿਵੇਂ 2 ਝੀਲਾਂ ਸਨ, ਜਿੱਥੇ ਕਦੇ ਕਮਲ ਫੁੱਲ ਖਿਲਦੇ ਹੋਣਗੇ। ਨੀਲੀਆਂ ਅੱਖਾਂ ਜਿਵੇਂ 2 ਟਾਪੂ ਸਨ, ਜਿੱਥੇ ਕਦੇ ਪਰੀਆਂ ਵਸਦੀਆਂ ਸਨ। ਹੁਣ ਇਹ ਨੀਲੀਆਂ ਅੱਖਾਂ ਬੁਝੂ ਕਰਦੇ 2 ਦੀਵੇ ਸੀ। ਇੱਥੇ ਰਹਿ ਜਾਓ ਅੱਜ? ਮਹਿੰਦਰ ਦੀ ਆਵਾਜ਼ ਉਦਾਸ ਸੀ। ਸਿਰਫ ਅੱਜ? ਨੀਲਮਾ ਨੇ ਜਦੋਂ ਪੁੱਛਿਆ, ਮਹਿੰਦਰ ਉਸ ਵੱਲ ਧਿਆਨ ਨਾਲ ਦੇਖਣ ਦੇ ਬਾਵਜੂਦ ਸਮਝ ਨਾ ਸਕਿਆ ਕਿ ਉਹਦੀਆਂ ਅੱਖਾਂ 'ਚ ਉਸ ਵੇਲੇ ਕੀ ਸੀ। ਸ਼ਰਾਰਤ, ਵਿਅੰਗ, ਚੈਲੰਜ, ਮਜ਼ਾਕ, ਉਦਾਸੀ, ਵੀਰਾਨੀ, ਜਾਂ ਇਹ ਸਾਰਾ ਕੁਝ? ਜਦੋਂ ਤੱਕ ਚਾਹੋ ਰਹਿ ਪਾਓ, ਮਹਿੰਦਰ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ। ਲੋਕਾਂ ਨੂੰ ਕੀ ਦੱਸੋਗੇ? ਲੋਕ ਕੌਣ ਹੁੰਦੇ ਨੇ ਕੁਝ ਵੀ ਪੁੱਛਣ ਵਾਲੇ? ਤੁਸੀਂ ਮੇਰੇ ਲਈ ਸਭ ਕੁਝ ਕਿਉਂ ਕਰ ਰਹੇ ਹੋ? ਪਤਾ ਨਹੀਂ। ਤੁਸੀਂ ਕਦੇ ਕਿਸੇ ਨੂੰ ਮੁਹੱਬਤ ਕੀਤੀ ਹੈ? ਨੀਲਮਾ ਨੇ ਸਿੱਧਾ ਉਸ ਵੱਲ ਝਾਕ ਕੇ ਪੁੱਛਿਆ। ਮਹਿੰਦਰ ਕੁਝ ਝਿਜਕਿਆ, ਫਿਰ ਬੋਲਿਆ, ਹਾਂ। ਕਿੱਥੇ ਚਲੀ ਗਈ ਉਹ? ਨੀਲਮਾ ਨੇ ਬਹੁਤ ਉਦਾਸ ਆਵਾਜ਼ 'ਚ ਪੁੱਛਿਆ। ਭੀੜ 'ਚ ਖੋ ਗਈ। ਤੁਸੀਂ ਕਿਉਂ ਗੁਆਚਣ ਦਿੱਤੀ ਉਹ?
ਮੈਂ ਉਹਨੂੰ ਕਿਵੇਂ ਦੱਸਦਾ ਕੀ ਆਖਦਾ, ਨਾ ਜਾਣੇ ਉਹ ਕੀ ਸਮਝ ਲੈਂਦੀ। ਹੁਣ ਉਹ ਕਿੱਥੇ ਹੈ ਪਤਾ ਨਹੀਂ, ਅਜੇ ਵੀ ਉਹ ਤੁਹਾਨੂੰ ਯਾਦ ਆਉਂਦੀ ਹੈ। ਮੇਰੀ ਜ਼ਿੰਦਗੀ 'ਚ ਜੋ ਵੀ ਕੁਝ ਚੰਗਾ ਹੈ ਉਸੇ ਦੇ ਸਦਕਾ ਹੈ। ਛੱਤ ਵੱਲ ਤੱਕਦਿਆਂ ਮਹਿੰਦਰ ਨੇ ਦੱਸਿਆ, ਤੁਸੀਂ ਬਹੁਤ ਸ਼ਰਾਬ ਪੀਂਦੇ ਰਹਿੰਦੇ ਹੋ, ਤਦੇ ਅਲਮਾਰੀ 'ਚ ਇੰਨੀਆਂ ਬੋਤਲਾਂ। ਸ਼ਰਾਬ ਨਾ ਪੀਆ ਕਰੋ, ਉਹਨੂੰ ਪਤਾ ਲੱਗੂ ਤਾਂ ਨਾ ਜਾਣੇ ਕਿੰਨੀ ਦੁਖੀ ਹੋਊ। ਤੁਸੀਂ ਜਿੰਨਾ ਚਿਰ ਇੱਥੇ ਰਹੋਗੇ ਮੈਂ ਸ਼ਰਾਬ ਨਹੀਂ ਪੀਆਂਗਾ, ਫਿਰ ਤਾਂ ਮੈਂ ਹਮੇਸ਼ਾ ਲਈ ਵੀ ਰਹਿ ਸਕਦੀ ਹਾਂ। ਰਹਿ ਪਾਓ। ਤੁਹਾਡੀ ਉਹ ਨੀਲਮਾ ਕੁਝ ਕਹਿੰਦੀ ਰੁਕ ਗਈ। ਉਹਦੀ ਸ਼ਾਦੀ ਹੋ ਚੁੱਕੀ ਹੈ। ਮੇਰੇ ਨਾਲ ਸ਼ਾਦੀ ਕਰੋਗੇ? ਨੀਲਮਾ ਤੋਂ ਨਾ ਜਾਣੇ ਕਿਵੇਂ ਆਖਿਆ ਗਿਆ। ਹਾਂ, ਮਹਿੰਦਰ ਨੇ ਸਿੱਧਾ ਉਸ ਵੱਲ ਝਾਕ ਕੇ ਕਿਹਾ। ਅਗਲੇ ਦਿਨ ਉਹ ਨੀਲੀਆਂ ਅੱਖਾਂ ਵਾਲੀ ਔਰਤ ਨਹਿਰ ਉੱਤੇ ਸੈਰ ਕਰਨ ਨਹੀਂ ਗਈ। ਉਹਨੇ ਘਰ ਦੇ ਕਈ ਕੰਮ ਕਰਨੇ ਸਨ। ਉਹਨੂੰ ਨਿੱਤ ਉੱਥੇ ਦੇਖਣ ਵਾਲਿਆਂ ਨੂੰ ਇਹ ਗੱਲ ਉੱਪਰੀ ਲੱਗੀ ਤੇ ਨਾ ਜਾਣੇ ਕਿ ਉਹ ਮਾੜੀ ਵੀ। ਉਹਨਾਂ ਨੂੰ ਮਹਿੰਦਰ ਉੱਤੇ ਵੀ ਗੁੱਸਾ ਆਇਆ। ਫਿਰ ਲੋਕ ਮਹਿੰਦਰ ਵੱਲ ਹੱਥ ਕਰ ਗੱਲਾਂ ਕਰਦੇ ਰਹੇ, ਹੱਸਦੇ ਰਹੇ, ਪਰ ਉਹਨੂੰ ਜਿਵੇਂ ਕੁਝ ਵੀ ਨਹੀਂ ਸੀ ਸੁਣ ਰਿਹਾ। ਫਿਰ ਇੱਕ ਦਿਨ ਕਿਸੇ ਸਿਆਣੇ ਨੇ ਉਹਨੂੰ ਆਵਾਜ਼ ਮਾਰ ਕੇ ਰੋਕਿਆ ਤੇ ਪੁੱਛਿਆ, ਕਾਕਾ ਸੁਣਿਆ ਉਹ ਤੇਰੇ ਘਰ ਹੈ? ਉਹ ਤੇ ਨਿਗਾਹ ਰੱਖੀ, ਇਹੋ ਜਿਹੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ। ਕਿਸੇ ਦਿਨ ਸਭ ਕੁਝ ਲੈ ਕੇ ਹੀ ਨਾ ਉਡੰਤਰ ਹੋ ਜੇ। ਸਾਡੇ ਪਿੰਡ। ਮਹਿੰਦਰ ਨੇ ਪੂਰੀ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ, ਕਾਹਲੀ ਨਾਲ ਉੱਥੋਂ ਤੁਰ ਪਿਆ। ਸੁਣਿਆ ਤੁਹਾਡੀ ਸ਼ਾਦੀ ਹੋ ਗਈ, ਪਾਰਟੀ ਕਰਦੇ ਹੋਗੇ? ਦਫ਼ਤਰ 'ਚ ਉਹਦੇ ਇੱਕ ਵਾਕਫ ਨੇ ਹੱਸ ਕੇ ਕਿਹਾ। ਪਰ ਮਹਿੰਦਰ ਸਮਝਦਾ ਸੀ ਇਹ ਹਾਸਾ ਕਿਸ ਕਿਸਮ ਦਾ ਹਾਸਾ ਹੈ। ਉਹਦਾ ਜੀ ਕੀਤਾ ਚਪੇੜ ਕੱਢ ਕੇ ਮਾਰੇ ਉਸ ਬੰਦੇ ਦੇ, ਆਖੇ ਮੇਰੀ ਸ਼ਾਦੀ ਨਾਲ ਤੈਨੂੰ ਕੀ? ਪਰ ਉਹ ਚੁੱਪ ਕਰ ਰਿਹਾ। ਫਸ ਗਿਆ ਵਿਚਾਰਾ। ਬਾਜ਼ਾਰ 'ਚ ਲੰਘੇ ਜਾਂਦੇ ਨੂੰ ਸੁਣਾ ਕੇ ਕਿਸੇ ਨੇ ਪਿੱਛੇੋਂ ਕਿਹਾ, ਕਈਆਂ ਦਾ ਹੱਕ ਮਾਰੂਗਾ, ਪਰ ਕੈ ਦਿਨ ਆਵਾਜ਼ਾਂ। ਮਹਿੰਦਰ ਤਿਲ ਮਿਲਾ ਉੱਠਿਆ, ਛੇਤੀ ਨਾਲ ਘਰ ਨੂੰ ਪਰਤ ਗਿਆ। ਉਹਦੀਆਂ ਲੱਤਾਂ ਜਿਵੇਂ ਦੁਖਣ ਲੱਗ ਪਈਆਂ। ਚੰਗੀ ਭਲੀ ਜੁੱਤੀ ਲੱਗਣ ਲੱਗ ਪਈ ਸੀ। ਰਾਹ 'ਚ ਚੌਕੀਦਾਰ ਨੇ ਸਲਾਮ ਕੀਤਾ, ਪਰ ਉਹਨੇ ਕੋਈ ਉੱਤਰ ਨਹੀਂ ਦਿੱਤਾ। ਘਰ ਪਹੁੰਚਿਆ, ਨੀਲਮਾ ਮੁਸਕਰਾ ਪਈ। ਉਹ ਬਸ ਦੇਖਦਾ ਰਿਹਾ। ਉਹ ਚਾਹ ਬਣਾ ਲਿਆਈ, ਚੁੱਪਚਾਪ ਪੀਣ ਲੱਗ ਪਿਆ। ਚਾਹ ਪੀ ਕੇ ਸਵੇਰ ਦਾ ਪੜ੍ਹਿਆ ਅਖਬਾਰ ਮੁੜ ਪੜ੍ਹਨ ਲੱਗ ਪਿਆ। ਫਿਰ ਉੱਠ ਕੇ ਅਲਮਾਰੀ 'ਚੋਂ ਬੋਤਲ ਕੱਢ ਲਿਆਇਆ, 2 ਗਲਾਸ ਵੀ। ਤੁਸੀਂ ਤਾਂ ਆਖਦੇ ਸੀ ਜਿੰਨੇ ਦਿਨ ਮੈਂ ਇੱਥੇ ਰਹਾਂਗੀ ਤੁਸੀਂ ਸ਼ਰਾਬ ਨਹੀਂ ਪੀਓਗੇ। ਨੀਲਮਾ ਨੇ ਉਹਦੇ ਗਲਾਸ ਉੱਤੇ ਹੱਥ ਰੱਖ ਕੇ ਪੁੱਛਿਆ, ਲੱਗਦਾ ਹੁਣ ਤਾਂ ਰੋਜ਼ ਪੀਣੀ ਪਿਆ ਕਰੂ। ਉਹਦਾ ਹੱਥ ਹਟਾ ਇੱਕੋ ਸਾਹ ਗਲਾਸ ਮੁਕਾ ਮਹਿੰਦਰ ਨੇ ਕਿਹਾ। ਨੀਲਮਾ ਉਦਾਸ ਹੋ ਕੇ ਉਸ ਵੱਲ ਦੇਖਦੀ ਰਹੀ। ਮਹਿੰਦਰ ਨੇ ਦੂਜਾ ਗਲਾਸ ਨਿਰੀ ਸ਼ਰਾਬ ਦਾ ਹੀ ਭਰ ਲਿਆ ਤੇ ਉਹ ਵੀ ਪੀ ਗਿਆ। ਫਿਰ ਇੱਕ ਧੁੜ ਲਈ। ਸ਼ਰਾਬ ਸ਼ਾਇਦ ਬਹੁਤ ਕੌੜੀ ਸੀ। ਤੂੰ ਨਹੀਂ ਪੀਏਂਗੀ? ਉਹਨੇ ਨੀਲਮਾ ਨੂੰ ਪੁੱਛਿਆ। ਨੀਲਮਾ ਨੇ ਨੀਝ ਨਾਲ ਉਸ ਵੱਲ ਵੇਖਿਆ ਤੇ ਉਹਦੀਆਂ ਅੱਖਾਂ ਡੁਬਾ ਆਈਆਂ। ਸੁਣੋ, ਉਹ ਮਹਿੰਦਰ ਦਾ ਹੱਥ ਫੜ ਕੇ ਬੋਲੀ। ਸੁਣੋ, ਆਪਾਂ ਇੱਥੋਂ ਕਿਧਰੇ ਦੂਰ ਚੱਲੀਏ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ, ਨਹੀਂ ਤਾਂ ਇਹ ਲੋਕ ਤੁਹਾਨੂੰ ਮੇਰੇ ਕੋਲੋਂ ਖੋਹ ਲੈਣਗੇ। ਨਹੀਂ, ਮੈਨੂੰ ਕਿਸੇ ਸਾਲੇ ਦੀ ਪਰਵਾਹ ਨਹੀਂ। ਮੈਂ ਜਾਨੋਂ ਮਾਰ ਦਿਆਂਗਾ ਜੋ ਵੀ ਕੋਈ। ਥਿੜਕਦੀ ਜ਼ਬਾਨ ਨਾਲ ਉਹਨੇ ਜਵਾਬ ਦਿੱਤਾ। ਅਗਲੇ ਦਿਨ ਮਹਿੰਦਰ ਨੇ ਦਫ਼ਤਰ ਤੋਂ ਛੁੱਟੀ ਲੈ ਲਈ। ਉਹਨਾਂ ਘਰ ਦਾ ਕੁਝ ਸਮਾਨ ਖਰੀਦ ਕੇ ਲਿਆਉਣਾ ਸੀ। ਸ਼ਾਇਦ ਮਹਿੰਦਰ ਦਾ ਦਫ਼ਤਰ ਜਾਣ ਨੂੰ ਮਨ ਵੀ ਨਹੀਂ ਸੀ ਕਰਦਾ। ਬਾਜ਼ਾਰ 'ਚ ਲੋਕ ਨੀਲਮਾ ਵੱਲ ਧਿਆਨ ਨਾਲ ਵੇਖਦੇ ਰਹੇ। ਨੀਲਮਾ ਨੂੰ ਕਦੇ ਕੋਈ ਗੱਲ ਭੁੱਲ ਗਈ, ਕਦੇ ਕੋਈ। ਕਿੰਨੀ ਵਾਰ ਉਹਦਾ ਪੈਰ ਅੜਕਿਆ ਸੀ। ਮਹਿੰਦਰ ਕਦੇ ਕਿਸੇ ਉਹ ਤੋਂ ਕੁਝ ਪੁੱਛ ਕੇ, ਕਦੇ ਕੁਝ ਫੜਾ ਕੇ, ਕਦੇ ਕੁਝ ਵਿਖਾ ਕੇ ਮੁੜ ਉਹਨੂੰ ਯਾਦ ਕਰਵਾਉਂਦਾ ਰਿਹਾ ਕਿ ਉਹਦੇ ਨਾਲ ਹੈ। ਘਰ ਆ ਕੇ ਨੀਲਮਾ ਨੇ ਰੋਟੀ ਬਣਾਈ। ਅਜੇ ਖਾਣ ਹੀ ਲੱਗੇ ਸੀ, ਦਰਵਾਜ਼ਾ ਖੜਕਿਆ। ਮਹਿੰਦਰ ਨੇ ਉੱਠ ਕੇ ਖੋਲ੍ਹਿਆ। ਉਹਦੇ ਮਾਂ-ਬਾਪ ਸਨ। ਨੀਲਮਾ ਘਬਰਾ ਗਈ। ਉਹਨਾਂ ਨੂੰ ਪ੍ਰਣਾਮ ਕਰਨਾ ਵੀ ਭੁੱਲ ਗਈ। ਮਹਿੰਦਰ ਦੀ ਮਾਂ ਨੇ ਉਹਨੂੰ ਕੌੜ ਕੇ ਦੇਖਿਆ। ਤਾਂ ਫਿਰ ਇਹ ਠੀਕ ਹੀ ਹੈ, ਮਹਿੰਦਰ ਦੇ ਪਿਤਾ ਨੇ ਕੁਰਸੀ ਤੇ ਬੈਠਦਿਆਂ ਨੀਲਮਾ ਵੱਲ ਤੱਕ ਕੇ ਕਿਹਾ। ਨੀਲਮਾ ਤੌਲੀਆ ਚੁੱਕ ਕੇ ਨਹਾਉਣ ਦੇ ਬਹਾਨੇ ਗੁਸਲਖਾਨੇ 'ਚ ਚਲੀ ਗਈ। ਘੰਟਾ ਭਰ ਨਹਾਉਂਦੀ ਰਹੀ। ਨਹਾਉਂਦੀ ਕਿ ਪਿੰਡੇ ਤੇ ਸਿਰ 'ਚ ਪਾਣੀ ਪਾਉਂਦੀ ਰਹੀ। ਬਾਹਰੋਂ ਉੱਚੀ ਬੋਲਣ ਦੀਆਂ ਆਵਾਜ਼ਾਂ ਉਹਨੂੰ ਆਉਂਦੀਆਂ ਰਹੀਆਂ। ਅਖੀਰ ਆਵਾਜ਼ਾਂ ਆਉਣੋਂ ਹਟ ਗਈਆਂ। ਹੌਲੀ ਉਹਨੇ ਕੱਪੜੇ ਪਾਏ। ਝਕਦੀ ਬਾਹਰ ਆਈ। ਮਹਿੰਦਰ ਮੰਜੇ ਤੇ ਪਿਆ ਸੀ। ਉਹਦੇ ਮਾਂ-ਬਾਪ ਜਾ ਚੁੱਕੇ ਸਨ। ਉਹਨੇ ਮਹਿੰਦਰ ਨੂੰ ਕੁਝ ਨਹੀਂ ਪੁੱਛਿਆ। ਮਹਿੰਦਰ ਨੇ ਉਹਨੂੰ ਕੁਝ ਨਹੀਂ ਦੱਸਿਆ। ਅਣਖਾਧੀ ਰੋਟੀ ਉਸੇ ਤਰ੍ਹਾਂ ਪਈ ਰਹੀ। ਰਾਤ ਨੂੰ ਫਿਰ ਮਹਿੰਦਰ ਸ਼ਰਾਬ ਪੀਂਦਾ ਰਿਹਾ। ਨੀਲਮਾ ਦਾ ਵੀ ਮਨ ਕੀਤਾ ਸ਼ਰਾਬ ਪੀਵੇ। ਮਹਿੰਦਰ ਨੇ ਆਪ ਹੀ ਗਲਾਸ 'ਚ ਪਾ ਕੇ ਉਹਨੂੰ ਦੇ ਦਿੱਤੀ। ਉਹ ਪੀ ਗਈ। ਅਗਲੇ ਦਿਨ ਮਕਾਨ ਮਾਲਕ ਨੇ ਮਕਾਨ ਖਾਲੀ ਕਰ ਦੇਣ ਲਈ ਆਖ ਦਿੱਤਾ। ਇਹ ਧੀਆਂ ਭੈਣਾਂ ਵਾਲਾ ਘਰ ਹੈ, ਉਹ ਆਖਦਾ ਸੀ। ਸ਼ਾਇਦ ਝੀਥਾਂ ਵਿੱਚ ਹੀ ਉਹ ਮਹਿੰਦਰ ਤੇ ਨੀਲਮਾ ਨੂੰ ਰਾਤੀ ਸ਼ਰਾਬ ਪੀਂਦਿਆਂ ਨੂੰ ਵੇਖ ਗਿਆ ਸੀ। ਚੱਲ ਆਪਾਂ ਦੋਵੇਂ ਮਰ ਜਾਈਏ, ਮਹਿੰਦਰ ਨੇ ਟੁੱਟਦੇ ਹੱਡਾਂ ਪੈਰਾਂ ਨਾਲ ਦਫ਼ਤਰ ਲਈ ਤਿਆਰ ਹੁੰਦਿਆਂ ਨੀਲਮਾ ਨੂੰ ਆਖਿਆ। ਨੀਲਮਾ ਨੇ ਕੋਈ ਉੱਤਰ ਨਾ ਦਿੱਤਾ। ਮਹਿੰਦਰ ਦਫ਼ਤਰ ਚਲਾ ਗਿਆ। ਨੀਲਮਾ ਉਹਨੂੰ ਜਾਂਦੇ ਨੂੰ ਵੇਖਦੀ ਰਹੀ। ਜਦੋਂ ਦਫ਼ਤਰ ਤੋਂ ਮੁੜਿਆ, ਨੀਲਮਾ ਜਾ ਚੁੱਕੀ ਸੀ। ਇੱਕ ਚਿੱਠ ਉੱਥੇ ਪਈ ਸੀ। ਲਿਖਿਆ ਸੀ, ਮੈਂ ਨਹੀਂ ਚਾਹੁੰਦੀ ਮੇਰੇ ਸਦਕਾ ਕੁਝ ਵੀ ਤੁਹਾਡੀ ਜ਼ਿੰਦਗੀ 'ਚ ਮਾੜਾ ਹੋਵੇ।
ਨੀਲਿਮਾ। ਧੰਨਵਾਦ।